हाँ जी, शुरू कर दें ਆਪਾਂ। ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ। ਆਪਾਂ ਤਾਂ ਕਹਿੰਦਾ ਪਰਸੋਂ ਦਾ ਠੀਕ ਹੈ, ਕੱਲ ਤੁਸੀਂ ਬਹੁਤ ਘਸਮਾਨ ਪਾਇਆ ਯਾਰ। ਕੱਲ ਤੁਹਾਡੇ ਬੜੇ ਕਮੈਂਟ ਦੇਖ ਕੇ ਬਹੁਤ ਹਾਸਾ ਆਇਆ। ਕੋਈ ਕਹਿੰਦਾ ਸਰ ਦਾ ਟੈਂਪੂ ਪਲਟ ਗਿਆ, ਕੋਈ ਕਹਿੰਦਾ ਤੇਲ ਮੁੱਕ ਗਿਆ, ਕੋਈ ਕਹਿੰਦਾ ਤੇਲ ਭਰਾਉਣ ਗਏ ਹੈ, ਲੋਕਡਾਊਨ 'ਚ ਫਸ ਗਏ। ਕੱਲ ਤੁਸੀਂ ਫਿਰ ਬਹੁਤ ਨਜ਼ਾਰੇ ਲਏ ਫਿਰ। ਬਿੱਲੂ ਬੱਕਰਾ, ਸੰਦੀਪ ਸਿੱਧੂ, ਅਮਰਦੀਪ, ਅਰਸ਼ ਕੰਬੋਜ। ਚਲੋ ਠੀਕ ਹੈ ਵੀ ਅਭੀ ਸਿੰਗਲਾ। ਠੀਕ ਹੈ ਫਿਰ ਅੱਜ ਦਾ ਆਪਾਂ ਸੈਸ਼ਨ ਕਰਦੇ ਹਾਂ ਸਟਾਰਟ। ਆਪਣਾ ਬੱਚੋ ਚੱਲ ਰਿਹਾ ਮਾਡਰਨ ਹਿਸਟਰੀ ਤੇ ਅੱਜ ਦਾ ਸੈਸ਼ਨ ਬੱਚੋ ਬੜਾ ਧਮਾਕੇਦਾਰ ਹੋਣਾ ਤੇ ਕੋਸ਼ਿਸ਼ ਕਰਾਂਗੇ ਆਪਾਂ ਜਿਵੇਂ 9 ਦਿਨਾਂ ਦੇ ਵਿੱਚ ਆਪਾਂ ਵਧੀਆ ਤਰੀਕੇ ਨਾਲ ਬੱਚੋ ਪੋਲਿਟੀ ਤੇ ਪਕੜ ਮਜ਼ਬੂਤ ਕਰੀਏ ਨਾ, ਉਸੇ ਤਰੀਕੇ ਨਾਲ ਆਪਾਂ ਮਾਡਰਨ ਹਿਸਟਰੀ ਦਾ ਫੱਟਾ ਝਾਕ ਦਾਂਗੇ। ਠੀਕ ਹੈ, ਮਾਡਰਨ ਹਿਸਟਰੀ ਪੂਰੇ ਵਧੀਆ ਤਰੀਕੇ ਨਾਲ ਆਪਾਂ ਕਵਰ ਕਰ ਲਾਂਗੇ। ਫਿਰ ਉਸ ਤੋਂ ਬਾਅਦ ਅਗਲਾ ਸੈਸ਼ਨ ਮੈਂ ਤੁਹਾਡੀ ਡਿਮਾਂਡ ਤੇ ਜਿਹੜਾ ਸਬਜੈਕਟ ਤੁਹਾਨੂੰ ਪਹਿਲਾਂ ਚਾਹੀਦਾ ਉਹ ਆਪਾਂ ਸ਼ੁਰੂ ਕਰ ਲਾਂਗੇ ਆਪਾਂ। ਠੀਕ ਹੈ, ਸੁਖਵੀਰ ਸਿੰਘ ਹੈ, ਪੂਨਮ ਹੈ, ਲਖਵਿੰਦਰ ਹੈ, ਮਨੀਸ਼, ਐਸਪੀ ਸਿੰਘ ਹੈ। ਚਲੋ ਠੀਕ ਹੈ, ਫਿਰ ਐਸਪੀ ਸਾਹਿਬ ਤੋਂ ਪਰਮਿਸ਼ਨ ਲੈ ਕੇ ਫਿਰ ਆਪਾਂ ਅੱਜ ਦਾ ਸੈਸ਼ਨ ਕਰਦੇ ਹਾਂ ਸਟਾਰਟ। ਅਮਨ ਸ਼ਰਮਾ ਬਹੁਤ ਵਧੀਆ ਵੀ ਹਾਲ ਚਾਲ ਬਸ ਠੀਕ ਚੱਲੀ ਜਾਂਦੇ ਆ, ਪਰ ਜਦੋਂ ਆਪਣੀ ਸ਼ਾਮ ਹੁੰਦੀ ਹੈ, ਸ਼ਾਮ ਨੂੰ ਆਉਣ ਵੇਲੇ ਨੂੰ ਬਸ ਸਿਹਤ ਜਿਹੜੀ ਵਿਗੜ ਜਾਂਦੀ ਹੈ, ਤਾਂ ਹੀ ਫਿਰ ਆਪਾਂ ਕੱਲ ਕਲਾਸ ਫਿਰ ਲਾਈ ਨਹੀਂ। ਠੀਕ ਹੈ, ਚਲੋ ਫਿਰ ਸ਼ੁਰੂ ਕਰਦੇ ਹਾਂ ਆਪਾਂ। ਠੀਕ ਹੈ, ਸਾਰੇ ਘੈਂਟ ਬੰਦੇ ਪਹੁੰਚ ਚੁੱਕੇ ਆ। ਪਹਿਲਾ ਸਵਾਲ ਬੱਚੋ ਪੇਪਰ ਦੇ ਅਕੋਰਡਿੰਗ ਬੜਾ ਬੈਸਟ ਤੇ ਬੜਾ ਕੀਮਤੀ ਸਵਾਲ ਹੈ। ਮੈਂ ਅਕਸਰ ਹਰ ਬੈਚ ਦੇ ਵਿੱਚ ਹਰ ਕਲਾਸਾਂ 'ਚ ਮੈਂ ਕਹਿਣਾ ਹੁੰਦਾ ਵੀ ਕਿਸੇ ਵੀ ਡਿਪਾਰਟਮੈਂਟ ਦਾ ਕੋਈ ਵੀ ਫਸਟ ਹੋਵੇ, ਕਿਸੇ ਵੀ ਡਿਪਾਰਟਮੈਂਟ ਦਾ ਬੱਚੋ ਕੋਈ ਵੀ ਫਸਟ ਬੰਦਾ ਹੋਵੇ ਤਾਂ ਪੱਕਾ ਕਵਰ ਕਰਕੇ ਰੱਖਿਆ ਕਰੋ। ਫਸਟ ਇਹ ਪੇਪਰ 'ਚ ਆਉਣ ਦਾ ਬਹੁਤ ਚਾਂਸ ਹੁੰਦਾ ਹੈ ਤੇ ਇੱਥੇ ਸਵਾਲ ਪੂਰਾ ਲਾਜਵਾਬ ਹੈ। ਤੇ ਸੁਖਣਾ ਤੁਸੀਂ ਹੋਰ ਦੇਖੋ, ਅੱਜ ਆਪਣਾ ਇੱਥੇ ਗੱਲ ਵੀ ਸਿਹਤ ਮੰਤਰੀ ਦੀ ਹੋ ਰਹੀ ਹੈ ਤੇ ਅੱਜ ਵੀ ਆਪਣੇ ਸਾਰੇ ਦੇਸ਼ 'ਚ ਆਪਣੇ ਸਿਹਤ ਹੋ ਰਿਹਾ ਹੈ ਨਾ। ਜਿਵੇਂ ਆਪਣੇ ਹਿੰਦੁਸਤਾਨ 'ਚ ਅੱਜ ਬੱਚੋ ਕਿਹੜਾ ਦਿਨ ਹੈ? ਨੈਸ਼ਨਲ ਡਾਕਟਰ ਡੇ ਹੈ। ਅੱਜ ਬੱਚੋ 1 ਜੁਲਾਈ ਹੈ ਤੇ ਨੈਸ਼ਨਲ ਡਾਕਟਰ ਡੇ ਹੈ। ਤੇ ਦੱਸੋ ਫਿਰ ਪਹਿਲੇ ਸਵਾਲ ਦਾ ਜਵਾਬ ਕੀ ਹੈ? ਕਹਿੰਦੇ ਹੂ ਵਾਸ ਅਪਾਇੰਟਡ ਐਸ ਦਾ ਫਸਟ ਮਿਨਿਸਟਰ ਆਫ ਹੈਲਥ। ਫਸਟ ਮਿਨਿਸਟਰ ਆਫ ਹੈਲਥ ਜਿਹੜੀ ਕਿ ਆਪਣੀ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ। ਸੁਡੀ ਤਾਂ ਕਿਉਂ ਮੇਰੀ ਆਪ ਦੀ ਖਰਾਬ ਹੋਈ ਪਈ ਹੈ। ਹਾਂ, ਜ਼ਿਆਦਾਤਰ ਬੱਚੇ ਆਂਸਰ ਸਹੀ ਕਹਿ ਰਹੇ ਬੱਚੋ, ਵੈਰੀ ਗੁੱਡ। ਇੱਥੇ ਬੱਚੋ ਆਪਣਾ ਆਂਸਰ ਆਊਗਾ ਰਾਜਕੁਮਾਰੀ ਅੰਮ੍ਰਿਤ ਕੌਰ। ਰਾਜਕੁਮਾਰੀ ਅੰਮ੍ਰਿਤ ਕੌਰ ਬੱਚੋ ਜਵਾਹਰ ਲਾਲ ਨਹਿਰੂ ਦੀ ਪਹਿਲੀ ਕੈਬਨਿਟ ਦੇ ਵਿੱਚ ਪਹਿਲੀ ਵੂਮਨ ਮੰਤਰੀ ਹੈ। ਇਹ ਪੁਆਇੰਟ ਬੱਚਾ ਆਪਾਂ ਯਾਦ ਰੱਖਣਾ ਹੈ। ਪਹਿਲਾ ਹਰ ਡਿਪਾਰਟਮੈਂਟ ਦਾ ਯਾਦ ਰੱਖੀਦਾ ਹੁੰਦਾ ਹੈ। ਆਪਾਂ ਅਕਸਰ ਐਨੀ ਬੇਸੈਂਟ, ਸਰੋਜਨੀ ਨਾਇਡੂ, ਸੁਚੇਤਾ ਕ੍ਰਿਪਲਾਨੀ ਦੀ ਗੱਲ ਕਰਦੇ ਹਾਂ, ਪਰ ਰਾਜਕੁਮਾਰੀ ਅੰਮ੍ਰਿਤ ਕੌਰ ਇਹ ਹਿੰਦੁਸਤਾਨ ਦੀ ਪਹਿਲੀ ਵੂਮਨ ਮੰਤਰੀ ਆ ਬੱਚੋ। ਵੈਸੇ ਇਸ ਨੂੰ ਪਤਾ ਹੈ ਵੀ ਇਹ ਕਿਹੜੇ ਖਾਨਦਾਨ ਨੂੰ ਬਿਲੋਂਗ ਕਰਦੀ ਹੈ। ਇਹ ਜੱਸਾ ਸਿੰਘ ਆਹਲੂਵਾਲੀਆ ਦੀ ਲਾਈਨ ਦੇ ਵਿੱਚੋਂ ਹੈ, ਯਾਦ ਰੱਖਣਾ ਆਪਾਂ। ਰਾਜਕੁਮਾਰੀ ਅੰਮ੍ਰਿਤ ਕੌਰ ਜੱਸਾ ਸਿੰਘ ਆਹਲੂਵਾਲੀਆ ਦੇ ਡਿਸੈਂਡੈਂਟ ਦੇ ਵਿੱਚੋਂ ਹੈ। ਆਹਲੂਵਾਲੀਆ ਜੱਸਾ ਸਿੰਘ ਆਹਲੂਵਾਲੀਆ ਡਿਸੈਂਡੈਂਟ ਹੈ ਰਾਜਕੁਮਾਰੀ ਅੰਮ੍ਰਿਤ ਕੌਰ। ਤੇ ਦੂਜੀ ਵੱਡੀ ਗੱਲ ਤੁਹਾਨੂੰ ਪਤਾ ਹੀ ਹੈ ਬੱਚੋ, ਇਹ ਆਪਣੇ ਆਕਸਫੋਰਡ ਯੂਨੀਵਰਸਿਟੀ ਤੋਂ ਇਹਨਾਂ ਨੇ ਆਪਦੀ ਗ੍ਰੈਜੂਏਸ਼ਨ ਕੀਤੀ ਹੈ ਤੇ ਲਗਭਗ 1918 ਦੇ ਵਿੱਚ ਹਿੰਦੁਸਤਾਨ 'ਚ ਇਹਨਾਂ ਨੇ ਵਾਪਸੀ ਕਰੀ ਹੈ। 1919 ਵਿੱਚ ਬੱਚੇ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਗਾਂਧੀ ਦੇ ਨਾਲ ਤੇ ਉਦੋਂ ਬਾਅਦ ਫਿਰ ਇਹਨਾਂ ਨੇ ਅਹੁਦਾ ਸੰਭਾਲਿਆ ਗਾਂਧੀ ਦੇ ਸੈਕਟਰੀ ਦਾ। ਗਾਂਧੀ ਦੇ ਸੈਕਟਰੀ ਦੇ ਤੌਰ ਤੇ ਬੱਚੋ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਵਰਕ ਕੀਤਾ ਹੋਇਆ ਲਗਭਗ 16 ਸਾਲ। ਲਗਭਗ 16 ਸਾਲ ਵਿੱਚੋਂ ਵਰਕ ਕੀਤਾ ਹੋਇਆ। ਇਹ ਪੁਆਇੰਟ ਯਾਦ ਰੱਖਣਾ ਵੈਸੇ ਹੈ ਨਹੀਂਗਾ, ਪਰ ਰੱਖ ਲਿਓ। ਠੀਕ ਹੈ, ਪੇਪਰ 4 ਆਪਸ਼ਨ ਦੇ ਕੇ ਛਾਂਟਣ ਵਾਸਤੇ ਕਹਿ ਦਿੰਦੇ ਆ। ਦੂਜੀ ਗੱਲ ਆਪਾਂ ਨੂੰ ਯਾਦ ਰੱਖਣਾ ਸੌਖਾ ਹੀ ਹੈ ਵੀ ਪਹਿਲਾ ਸਿਹਤ ਮੰਤਰੀ ਕੌਣ ਹੈ ਹਿੰਦੁਸਤਾਨ ਦਾ? ਰਾਜਕੁਮਾਰੀ ਅੰਮ੍ਰਿਤ ਕੌਰ ਹੈ। ਦੂਜੀ ਗੱਲ ਕੀ ਹੈ, ਜੇ ਪੁੱਛਿਆ ਏਮਸ ਦਾ, ਏਮਸ ਸਮਝਦੇ ਹੋ ਆਪਣਾ ਦਿੱਲੀ ਦੇ ਵਿੱਚ ਹੈ। ਹੁਣ ਤਾਂ ਸੁਖਣਾ ਆਪਣੇ ਬਠਿੰਡੇ ਵੀ ਆ ਗਿਆ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨਿਊ ਦਿੱਲੀ। ਉਹਦਾ ਬੱਚੋ ਪਹਿਲਾ ਪ੍ਰੈਜ਼ੀਡੈਂਟ ਵੀ ਕੌਣ ਹੈ? ਰਾਜਕੁਮਾਰੀ ਅੰਮ੍ਰਿਤ ਕੌਰ। ਉਹਦਾ ਪਹਿਲਾ ਬੱਚੋ ਪ੍ਰੈਜ਼ੀਡੈਂਟ ਵੀ ਕੌਣ ਹੈ? ਰਾਜਕੁਮਾਰੀ ਅੰਮ੍ਰਿਤ ਕੌਰ। ਵੈਰੀ ਗੁੱਡ। ਇਹ ਸਾਰੇ ਪੁਆਇੰਟ ਬੱਚੇ ਆਪਾਂ ਯਾਦ ਰੱਖਣੇ ਆ। ਰਾਜਕੁਮਾਰੀ ਇਹ ਸਾਰੇ ਪਹਿਲੇ ਥੋੜਾ ਹੋਮਵਰਕ ਕੀ ਹੈ, ਤੁਸੀਂ ਵੀ ਘਰੇ ਜਾ ਕੇ ਬੱਚੋ ਨਾਲ ਆਪਦੇ ਐਕਸਟਰਾ ਐਫਰਟ ਕਰਨੇ ਸਿੱਖੋ। ਜਿਹੜਾ ਬੰਦਾ ਬਰਾਬਰ ਘਰੇ ਜਾ ਕੇ ਆਪਦੀ ਉਨੀ ਮਿਹਨਤ ਲਾਊਗਾ ਜਿੰਨੀ ਆਪਾਂ ਕਲਾਸ ਲਾਉਣੀ ਹੈ, ਕਾਮਯਾਬੀ ਉਸੇ ਬੰਦੇ ਨੂੰ ਮਿਲਣੀ ਹੈ। ਇਹ ਗੱਲ ਮੇਰੀ ਯਾਦ ਰੱਖਿਓ, ਕਿਉਂ ਜੋ ਆਪਾਂ ਕਲਾਸਾਂ ਲਾ ਰਹੇ ਹਾਂ ਬੱਚੋ, ਇਹ ਤਾਂ ਹਜ਼ਾਰੀ ਬੱਚਾ ਬਾਅਦ ਚ ਦੇਖ ਰਿਹਾ ਹੈ, ਪਰ ਕੰਪੀਟੀਸ਼ਨ ਦੇ ਵਿੱਚ ਤੁਸੀਂ ਅੱਗੇ ਕਿਵੇਂ ਟੱਪੋਗੇ? ਜਿਹੜਾ ਤੁਸੀਂ ਆਪਦਾ ਐਕਸਟਰਾ ਐਫਰਟ, ਐਕਸਟਰਾ ਮਿਹਨਤ ਕਰੀ ਹੋਊਗੀ। ਅੱਜ ਸਾਰਿਆਂ ਨੇ ਘਰੇ ਜਾ ਕੇ ਪਹਿਲੇ ਮੰਤਰੀ ਰੱਟ ਲੈਣੇ ਹੈ ਵੀ BR ਅੰਬੇਦਕਰ ਪਹਿਲਾ ਮੰਤਰੀ ਕਾਹਦਾ ਹੈ, RK ਸ਼ਾਨਮੁਖਮ ਚੈਟੀ ਪਹਿਲਾ ਮੰਤਰੀ ਕਾਹਦਾ ਹੈ, ਆਪਣਾ ਬਲਦੇਵ ਸਿੰਘ ਪਹਿਲਾ ਮੰਤਰੀ ਕਾਹਦਾ ਹੈ, ਜੌਨ ਮਿਥਾਈ ਕਾਹਦਾ ਹੈ, ਸਰਦਾਰ ਪਟੇਲ ਕਾਹਦਾ ਹੈ, ਰਜਿੰਦਰ ਪ੍ਰਸਾਦ ਕਾਹਦਾ ਹੈ। ਇਹ ਸਾਰੇ ਪਹਿਲੇ ਮੰਤਰੀ ਆਪਾਂ ਰਟੀ ਦੇ ਹੁੰਦੇ ਆ, ਪਰ ਆਪਾਂ ਅੱਜ ਸਪੈਸ਼ਲ ਵੂਮਨ ਡੇ ਬਣਾ ਰਹੇ ਹਾਂ। ਇੱਕ ਹਿਸਾਬ ਨਾਲ ਇੱਥੇ ਸਿੰਪਲ ਆਪਾਂ ਅੱਜ ਗੱਲ ਕਰਾਂਗੇ ਵੂਮਨਸ ਦੀ। ਤਾਂ ਪਹਿਲੀ ਵੂਮਨ ਆਪਾਂ ਦੇਖੀਏ ਮੰਤਰੀ ਕੌਣ ਹੈ? ਰਾਜਕੁਮਾਰੀ ਅੰਮ੍ਰਿਤ ਕੌਰ। ਬਠਿੰਡੇ ਵਾਲਾ ਤਾਂ ਜੀ ਗੱਲਾਂ 'ਚ ਹੀ ਹੈ। ਹਾਂ, ਫਿਲਹਾਲ ਗੱਲਾਂ 'ਚ ਵੀ ਨਹੀਂ, ਵੈਸੇ ਚੱਲ ਪਿਆ। ਠੀਕ ਹੈ, ਇੱਥੇ ਕਾਫੀ ਵੈਸੇ ਇਲਾਜ ਹੁੰਦੀ ਵੀ ਹੈ, ਕਾਫੀ ਚੰਗੇ ਡਾਕਟਰ ਆ ਵੀ ਗਏ, ਪਰ ਇੱਥੇ ਡਾਕਟਰ ਮਿਲਦਾ ਅਣਕੇ ਦੇ ਨਾਲ ਹੀ, ਪਰ ਚੱਲ ਪਿਆ ਇਹ। ਸਾਡੇ ਪਿੰਡੋਂ ਕਾਫੀ ਬੰਦੇ ਦਵਾਈ ਲੈ ਕੇ ਜਾਂਦੇ ਇੱਥੋਂ, ਕਾਫੀ ਸਸਤੀ ਦਵਾਈ ਮਿਲਦੀ ਹੈ, 10 ਰੁਪਏ ਦੀ ਪਰਚੀ ਹੁੰਦੀ ਹੈ। ਠੀਕ ਹੈ ਕੰਮ ਆਪਣਾ। ਹਾਂ, ਵੈਰੀ ਗੁੱਡ ਅਰਸ਼ ਕੰਬੋਜ। ਆਰਕੇ ਸ਼ਾਨਮੁਖਮ ਚੈਟੀ ਪਹਿਲਾ ਫਾਈਨਾਂਸ ਮਿਨਿਸਟਰ ਹੈ। ਬਲਦੇਵ ਸਿੰਘ ਆਪਣਾ ਡਿਫੈਂਸ ਮਿਨਿਸਟਰ ਹੈ। ਵੈਰੀ ਗੁੱਡ, ਪਰ ਇਹ ਸਭ ਦਾ ਹੋਮਵਰਕ ਹੈ।
ये सब दा बच्चों होमवर्क है, होमवर्क। एक्स्ट्रा एफर्ट स्टार्ट कर दो, सिर्फ और सिर्फ 1.5 महीना करना है यार, एक्स्ट्रा एफर्ट 1.5 महीना करना है ते अगे 20 साल सारा टब्बर ऐश करूगा, किड्डी वड्डी गल है। 1.5 साल सॉरी 1.5 महीना की है, दिन रात एक कर दो बस, उसेन बोल्ट वाला काम कर दो यार, पता नहीं लगे दिन कदों है रात कदों है, बस कल मोबाइल से पता लग जाए भी अज तरीक 5 होगी 6 होगी, दिन रात इस तरीके ना एक कर दो आप, ठीक है। वधिया तरीके ना मेहनत करनी है हर एक बंदे ने, पूरा कंपीटिशन आप टफ कर देना। चलो हाँ पहला हाँ सैकंड पॉइंट आ गया बच्चों अपना, कहते दसो ਇਹਦੇ ਵਿੱਚੋਂ ਕਿਹੜੀ ਵੂਮਨ ਫਰੀडम फाइटर है। मैं ਤੁਹਾਨੂੰ ਕੀ ਕਿਹਾ ਅੱਜ ਆਪਾਂ ਹਿਸਟਰੀ ਦੇ ਵਿੱਚ ਜੋ ਵੀ ਬੱਚੋ ਫੇਮਸ ਵੂਮਨਸ ਆ ਸਾਰੀਆਂ ਆਪਾਂ ਕਵਰ ਕਰ ਦਾਂਗੇ। ਆਪਾਂ ਐਡੇ ਸਿਸਟਮੈਟਿਕ ਤਰੀਕੇ ਨਾਲ ਬੱਚੋ, ਐਡੇ ਸਿਸਟਮੈਟਿਕ ਤਰੀਕੇ ਨਾਲ ਕਲਾਸਾਂ ਆਪਾਂ ਅਰੇਂਜ ਕਰ ਰਹੇ ਹਾਂ, ਸਮਝੇ ਮੇਰੀ ਗੱਲ। ਉਹ ਵੈਰੀ ਗੁੱਡ ਜॉन ਮੈਥਾਈ, ਵੈਰੀ ਗੁੱਡ ਬੱਚੋ, ਵੈਰੀ ਗੁੱਡ। रेल मिनिस्टर गगन अरोड़ा, वेरी गुड। हाँ शमन वेरी गुड, शमन वेरी गुड। अर्श कंबोज वेरी गुड। राजेंद्र विनायक, राजेंद्र विनायक वेरी गुड। भी सारे पॉइंट बच्चों शेयर करा करो, ठीक है। जेडे बच्चों नॉलेज होंगी है बराबर इत्थे शेयर भी करा करो सारे, वेरी गुड। चलो दसो कहंदे पहली वूमन फ्रीडम फाइटर बच्चों केड़ी है, पहली वूमन फ्रीडम फाइटर केड़ी है जिन्होंने रैमन मैगसेसे अवार्ड मिलिया। पहली गल तो रैमन मैगसेसे दा अवार्ड है ना, रैमन मैगसेसे लिखा पाही तार लियो, रैमन मैगसेसे अवार्ड। ये बच्चों बंदे का नाम है, ये फिलीपींस का राष्ट्रपति है, ये फिलीपींस का राष्ट्रपति है, ਉਹਦੇ नाम ते ये अवार्ड रखा हुआ है। जिवें दुनिया सब तो बड़ा बच्चों अवार्ड किहड़ा है अपना नोबल प्राइज है। इसे तरीके नाल इत्थे पेपर सवाल की बन सकते, सारे बच्चे ध्यान नाल सुनो, बहुत ध्यान नाल। रैमन मैगसेसे दा अवार्ड आ बच्चों, इस अवार्ड नूं पता आपां की बोलदे हैं, इस अवार्ड नूं बच्चों आपां बोलदे हैं एशिया दा नोबल प्राइज। इस नूं बच्चों आपां बोलदे हैं एशिया दा नोबल प्राइज, एशिया दा नोबल प्राइज। पेपर सीधा पूछ सकते हैं। तो दसो फिर कहंदे किहड़ी वूमन नूं मिलिया है बच्चों। वूमन सारियां अपने सारे ऑप्शन च नवीं ही है, उषा मेहता, कमला देवी चट्टोपाध्याय। बस फिर यही अपना बच्चों आंसर है, जिन्हां बच्चों का आंसर बी है बिल्कुल सही है, कमला देवी चट्टोपाध्याय। कमला देवी चट्टोपाध्याय ने बड़ी मिसाल कायम करी है। इसे औरत ने आपां नूं दस्सिया, इसे वूमन ने दस्सिया भी सिक्ख्या दे नाल तुसीं जिंदगी दे विच बच्चों सब कुछ अचीव कर सकते हो। किहो जिहा मर्जी अपना पिछोकड़ है, जिंदगी दे विच किन्नियां मर्जी औकड़ां मुसीबतां, किन्ने मर्जी दुख होण, किन्ने मर्जी दुख होण, पर जिहड़ा बंदा पढ़ाई च नितर गया ना वो सारे टब्बर नूं, सारे समाज नूं तार दिंदा है। वो मिसाल किहने कायम कीती है, कमला देवी चट्टोपाध्याय ने। जिंदगी ने बड़ा औखा इम्तिहान लिया सी कमला देवी चट्टोपाध्याय दा, क्योंकि इन्ने छोटी उम्र दे विच ही तुहानूं पता वैसे इन्हां दा फादर की सीगा, इन्हां दा फादर बच्चों डीसी सी, डीसी। पर वो स्वाद नहीं आया जिंदगी दे विच, क्यों नहीं आया, क्योंकि ये छोटे सी जो इन्हां दी मौत हो गई। जो इन्हां दे फादर दी मौत हो गई बच्चों, इन्हां दे फादर दी जिहड़ी सैकेंड वाइफ है ਉਹਦਾ मुंडा सारी प्रॉपर्टी लै गया। बस फिर कम की है, नंग भूती तंग वाला हो गया, बड़ा जब खड़ा हो गया। फिर कमला देवी चट्टोपाध्याय 14 साल की उम्र से बच्चों ब्याह भी करवाता, 2 साल बाद बेचारे हसबैंड की मौत हो गई। बहुत कुछ चलिया, उदू बाद मसा पालिया वड्डा कीता, पर उदू बाद इन्हें सोचा भी जे मैं सिक्ख्या हासिल की, भी मैं पढ़ाई सख्त मेहनत करी, मैं कुछ भी हासिल कर सकती है। तो इस लेडी ने बच्चों कमाल पता की कीता, पेपर का सब तो चोटी का पॉइंट है, पेपर का सब तो चोटी का पॉइंट है। जसपाल सिंह कर देगा एक मिनट में, पेपर का सब तो चोटी का पॉइंट की है, पूछ सकते हैं भी हिंदुस्तान दे विच बच्चों पहली वूमन जिहड़ी वोटां च खड़ी होने जा रही है वो कौन है, कमला देवी चट्टोपाध्याय। याद रखियो ये फर्स्ट वूमन है, ये हिंदुस्तान दी बच्चों फर्स्ट वूमन है टू कंटेस्ट इलेक्शंस, फर्स्ट वूमन टू कंटेस्ट इलेक्शंस। याद रखना पहली वूमन जिहड़ी हिंदुस्तान च वोटां च खड़ी होने जा रही है, बहुत ही नैरो मार्जिन ते बच्चों ये हार गई सी। हाँ जसपाल सिंह कह रहे एक दिन सर आर्टिकल एंड सारे पार्ट, वो यार आर्टिकल ते पार्ट तो बहुत वारी गिनाते, मैं हुण भी गिना दिना। सारे पार्टां दे नाम याद रखने हैं भी पार्ट नंबर 1 च की है यूनियन एंड इट्स टेरिटरीज, पार्ट नंबर 2 च की है अपना पति है सिटीजनशिप है, पार्ट नंबर 3 च की है फंडामेंटल राइट है, पार्ट नंबर 4 च की है डायरेक्टिव प्रिंसिपल्स ऑफ स्टेट पॉलिसी है, पार्ट नंबर 4 ए च की है फंडामेंटल ड्यूटीज है, पार्ट 5 यूनियन है, पार्ट 6 स्टेट है, 7वां पार्ट बच्चों डिलीट हो गया, 8वां पार्ट यूनियन टेरिटरी है, 9वें पार्ट च अपनी पंचायत है। पार्ट तुसी हमेशा 1 तो लैके 9 तक पूरे रट के रखो, 1 तो लैके 9 तक पूरे रट के रखो, फिर गाहां मोटे मोटे कर लो। जिवें 10वीं च अपने शेड्यूल ट्राइब है, ये बहुत पेपर च घट आउण दा चांस हुंदा है, फिर गाहां सीधा आ जांदा यूपीएससी किहड़े पार्ट च है, फिर आपां टिक ला लांगे पार्ट नंबर 14 च है, वोटां किहड़े पार्ट च है, इलैक्शन किहड़े पार्ट च है, टिक लावांगे आपां 15 च है, फिर गाहां एमरजेंसी वगैरह आ जांदा है, एमरजेंसी किहड़े पार्ट च टिक लावांगे 18 च है, अमेंडमेंट किहड़े पार्ट च टिक लावांगे आपां 20वें च है,
उदू बाद बस चुनवे चुनवे 1 2 3 4 उदू बाद तो 5 ही पढ़ने हैं, 9 तक बच्चों पूरे रट लो, ठीक है। हाँ एनडीटीवी वाले भी मिला हुआ, वेरी गुड बच्चों। रेमंड मैगसेसे अवार्ड अपने रविश कुमार भी मिला हुआ है। हाँ चलो ठीक है, आप इस अवार्ड की गल कर लेने हैं। जे मान लो पेपर सवाल ये आ गया भी रेमंड मैगसेसे अवार्ड पहले किहड़े हिंदुस्तानी नूं मिलिया, बच्चों रेमंड मैगसेसे अवार्ड पहले किहड़े हिंदुस्तानी नूं मिलिया, तो आपां टिक लावांगे आचार्य विनोबा भावे, आचार्य विनोबा भावे, आचार्य विनोबा भावे। ये बच्चों पहला हिंदुस्तानी है, ये पहला हिंदुस्तानी है जिन्होंने रेमंड मैगसेसे अवार्ड जितया, ठीक है। लवप्रीत कंबोज वेरी गुड, जमा सही है, विनोबा भावे। गगनदीप सिंह प्रदीप कौन है भाई, प्रदीप, हाँ आचार्य विनोबा भावे, वेरी गुड। ज्योति है, कृष्ण है, विनोबा भावे। जिंदर मान बिल्लू बकरा, ये मैं तो बकरा बढ़ाऊंगा आपका बकरा बढ़ांगे आप अज। 315 आर्टिकल च की है, यूपीएससी है बच्चों, जसपाल सिंह टेस्ट ले रहे हैं मेरा। आर्टिकल नंबर 315 च यूनियन पब्लिक सर्विस कमीशन है, फाइनांस कमीशन 280 च है, इलेक्शन कमीशन 324 च है। लेटेस्ट सूहे अखर लेटेस्ट किनू मिले, इन्ना सोची क्यों जाने ऐ मूंह तो बथेरे धर दिया, किते ऐ मूंह धर देंगे, किते किवें धर देंगे। ये लेटेस्ट अपने रविश कुमार अगे मिला हुआ, बाकी चेक कर लो, ठीक है। ये करंट अफेयर टॉपिक बाकी तुम चेक कर लो, ठीक है। चलिए फिर अगले पॉइंट पे, लो भी अगला पॉइंट बच्चों उद भी धमाकेदार है। दसो फिर कहते केड़ी वूमन नु बच्चों हीरोइन कहा जाता, हीरोइन, हीरोइन ऑफ क्विट इंडिया मूवमेंट। इत्थे हीरोइन दे नाल नाल बच्चों आप क्वीन भी कह सकते हैं, क्वीन ऑफ क्विट इंडिया मूवमेंट, क्वीन ऑफ क्विट इंडिया मूवमेंट या हीरोइन ऑफ क्विट इंडिया मूवमेंट। सब तो बड़ी गल एक हिंट देवां, एक बच्चों हिंट देवां, एक हिंट तुहानूं मैं दिना, उस लेडी ने अंडरग्राउंड एक्टिविटीज बहुत काम किया, अंडरग्राउंड काम किया, अंडरग्राउंड काम किया। केड़ी मूवमेंट काम किया, क्विट इंडिया मूवमेंट विच, भारत छड्डो अंदोलन। तुहानूं मैं होर दस दिना, उस लेडी ते गोरियां ने 5000 रुपये का नाम रखा, 5000 रुपये का नाम उन्हां समियां दे विच, क्योंकि अंडरग्राउंड काम करदी सी। ओ वेरी गुड। मैं तुहानूं आई नहीं पूछा जचदा किहड़ा है, आ बाकी दोने वूमेंस बहुत जचदी हैं। बच्चा पार्टी यात्र सरोजनी नायडू, ये पहली वूमन गवर्नर है हिंदुस्तान की, ये नाइटिंगेल ऑफ इंडिया है। सुचेता कृपलानी बच्चों ये हिंदुस्तान की पहली वूमन सीएम है, ये हिंदुस्तान की पहली वूमन सीएम है। कमल मैं भी टेकदा मत्था सुनू। तो कुल मिला के अरुणा आसिफ अली, अरुणा आसिफ अली बच्चों इत्थों अपना सही आंसर है। सब तो वड्डी गल की है बच्चों, हिंदुस्तान का सब तो बड़ा अवार्ड किहड़ा है, भारत रत्न है। हिंदुस्तान का सब तो बड़ा अवार्ड भारत रत्न है, ते ये भी अपने अरुणा आसिफ अली नूं मिल चुका है। ये भी फिर आपां याद रखना है, ठीक है। भारत रत्न अरुणा आसिफ अली नूं अवार्ड ये मिल चुका है, ठीक है। हाँ ये आंसर सब दा सही है, अरुणा आसिफ अली, वेरी गुड वेरी गुड। जितेंद्र गगन राजवीर, एलन मस्क बराड़, जसपाल सिंह सर टोटल 375। जसपाल अज पॉलिटिक्स सारी करा के हडू विच, वो हिस्टरी कर ला, फिर जो मैं होर सेट शुरू कर लिया फिर हिस्टरी पूछन लग जी। 365 आर्टिकल आ जी, हाँ लगभग 370 के आसपास हो गए सारे आर्टिकल, सारे आर्टिकल लगभग 370 के आसपास हो गए। अच्छी कर भारत रत्न भी मिलिया हुआ है, हाँ भारत रत्न मिलिया हुआ बच्चों, इन्होंने भारत रत्न मिलिया हुआ साल तो तुसीं की कराउणा यार, एक तो ना बंगाला वालियां पाउंदे साल 1997 लिख लो, 1997 मिलिया, 1997 दे विच, ठीक है। हाँ केड़े ईयर मिलिया, कुलदीप सिंह 1997 मिलिया। चलो भी याद रखना पर आप हीरोइन ऑफ क्विट इंडिया मूवमेंट। चलो खास कोई क्वेरी आ नहीं रही, चलो सच हाँ थोड़े वास्ते एक बहुत वधिया मौका आ गया हीरो बनने का भी। आप पहला देखिया हीरोइन कौन है क्विट इंडिया मूवमेंट की, फिर आपां पंजाब च हीरो बनने का मौका अपने को आ गया। जेकर तुसीं आमो सामने बह के पढ़ना चाहते हो, कल्ले नो कल्ला पढ़ने नो कल्ले नो कल्ला, उहदे वास्ते बच्चों अपना ऑफलाइन बैच स्टार्ट होने जा रहा है, क्योंकि ऑल ओवर पंजाब च इंस्टीट्यूट ओपन होने की परमिशन मिल चुकी है। तो 5 जुलाई ਜਿਹੜੇ ਬੱਚੇ ਇੱਥੇ ਆ ਕੇ ਪੜ੍ਹਨਾ ਚਾਹੁੰਦੇ ਹੈ, ਮੈਂ ਤਾਂ ਇਹੀ ਕਹੂੰਗਾ ਵੀ ਆਸੇ-ਪਾਸੇ ਦੇ ਬੱਚੇ ਖਾਸ ਤੌਰ ਤੇ ਜਿਹੜੇ 8-10 ਜ਼ਿਲ੍ਹਿਆਂ ਦੇ ਬੱਚੇ ਹੈ ਉਹਨਾਂ ਨੂੰ ਤਾਂ ਆਫਲਾਈਨ ਆ ਕੇ ਪੜ੍ਹਨਾ ਚਾਹੀਦਾ। 5 ਜੁਲਾਈ 2021 मतलब सोमवार ਨੂੰ बैच अपना स्टार्ट है। तो हीरो बनने का फिर अपना टाइम आ गया बच्चों, ये टाइम दोबारे तुहानूं पता ही है हीरो बनने का नहीं होना, उदों बाद गुंडे बनने का टाइम है, गुंडे बनने का, ठीक है। ये हीरो बनने का अपना आखिरी टाइम है, रिश्तेदारां दे विच आपदे गवांढ दे विच फिर चंगा रिश्ता हो जाए इहदे नाल, ठीक है। चलो हाँ आ पोस्टां वास्ते सारे पोस्टां बच्चों तैयारी आप करवावांगे, ठीक है। चाहे वो पंजाब पुलिस है, सब इंस्पैक्टर है, PSPCL है, PSTCL है, कोऑपरेटिव बैंक है। पहला 3 दिन क्लासां अपनियां बच्चों डैमो होणगियां,
ਡੈਮੋ ਤਾਂ ਤੁਹਾਡੇ ਹਿਸਾਬ ਨਾਲ ਤੁਹਾਡੇ ਕਹਿਣ ਨੂੰ ਡੈਮੋ ਆ, ਸਾਡਾ ਸਿਲੇਬਸ ਬੱਚੋ 5 ਤਰੀਕ ਨੂੰ ਸਟਾਰਟ ਹੋ ਜਾਣਾ। ਡੈਮੋ ਦਾ ਮਤਲਬ ਕੀ ਹੁੰਦਾ? ਪਹਿਲੀ ਗੱਲ ਤਾਂ ਡੈਮੋ 'ਚ ਕੋਈ ਹੈ ਨਹੀਂ ਸਟੂਡੈਂਟ ਟੀਚਰ ਨੂੰ ਮਤਲਬ ਟੈਸਟ ਕਰ ਲੂਗਾ। ਸਟੂਡੈਂਟ ਟੀਚਰ ਨੂੰ ਬੱਚੋ ਟੈਸਟ ਕਰ ਹੀ ਨਹੀਂ ਸਕਦਾ। ਡੈਮੋ ਦਾ ਮਤਲਬ ਕੀ ਹੁੰਦਾ ਵੀ ਭਾਈ ਐਂ ਦੇਖ ਲਓ ਜਿਹੜਾ ਅਸੀਂ ਪੜ੍ਹਾ ਰਹੇ ਹਾਂ ਤੁਹਾਡੇ ਪੱਲੇ ਪੈਂਦਾ, ਸਮਝ ਆਉਂਦਾ, ਉਹਨੂੰ ਆਪਾਂ ਡੈਮੋ ਕਹਿੰਦੇ ਆ। ਅਤੇ ਸਟੂਡੈਂਟ ਕੀ ਮੰਨਦੇ ਆ ਕੇ ਬਹਿ ਜਾਂਦੇ ਆ ਵੀ ਟੀਚਰ ਦੇਖਣਾ ਹੈ ਕਿਹੜੇ ਹੈ, ਆਪਦਾ ਕਾਪੀ ਪੈਨ ਬੰਦਿਆਂ ਨੂੰ ਲੈ ਕੇ ਆਉਣਾ, ਕਿਉਂਕਿ ਆਪਣਾ ਸਿਲੇਬਸ ਹੀ ਸਟਾਰਟ ਹੋ ਜਾਣਾ ਹੈ। ਇਹ ਆਪਣਾ ਬੱਚੋ ਸਿਲੇਬਸ ਹੀ ਸਟਾਰਟ ਹੋਣਾ ਹੈ। ਸਮਝੇ ਮੇਰੀ ਗੱਲ? ਹਾਂ, ਆਹ ਤੁਹਾਨੂੰ ਪਤਾ ਹੀ ਹੈ ਬਹਾਨੇ ਬਣਾਉਣ ਸੁਖਣਾ ਆਪਾਂ ਨੰਬਰ 1 ਹੀ ਹੈ, ਇਸ ਕੇ ਮੁਕਾਬਲਾ ਪੰਜਾਬ ਦਾ ਕਰ ਹੀ ਨਹੀਂ ਸਕਦਾ। ਸੁਖਣਾ ਆਪਾਂ ਭਗਵੰਤ ਮਾਨ ਦੇ ਨਾਟਕ ਬੜੇ ਦੇਖੇ, ਜੁਗਨੂ ਹਾਜ਼ਰ ਹੈ, ਜਿੰਨੇ ਬਹਾਨੇ ਉਹਨੇ ਮਾਰੇ ਵੀ ਮੈਂ ਕੱਲ ਸਕੂਲ ਆਇਆ ਨਹੀਂ, ਉਹ ਗੱਲ ਹੋਈ ਪਈ ਹੈ। ਫਲਾਨਾ ਮਰ ਗਿਆ, ਕੁੱਕੜ ਮਰ ਗਿਆ, ਤੇ ਸਭ ਤੋਂ ਵਧੀਆ ਆਪਾਂ ਨਤੀਜੇ ਦੇ ਉਹ ਚੱਕਰ ਵਾਲਾ ਗੱਲ ਹੀ ਨਹੀਂ। ਇਸ ਵਾਰ ਤਾਂ ਬੱਚੋ ਪੂਰੀ ਆਪਣੀ ਆਸ ਹੈ ਵੀ ਟੌਪਰਸ ਆਪਾਂ ਆਪਦੇ ਅਰੋੜਾ ਕਲਾਸਿਸ ਦੇ ਬੈਚ ਵਿੱਚੋਂ ਲੈ ਕੇ ਆਉਣੇ ਆ। ਠੀਕ ਹੈ, ਪੂਰੀ ਮਿਹਨਤ ਕਰਾਂਗੇ ਆਪਾਂ ਦੱਬ ਕੇ। ਠੀਕ ਹੈ ਲਾਲੀ, ਆ ਡੈਮੋ ਇਧਰਲੇ ਪਾਸੇ ਥੋੜਾ ਬਰੀਕ ਹੋ ਗਿਆ, ਇਸ ਨੂੰ ਮੈਂ ਦੱਸ ਹੀ ਦਿੱਤਾ। ਠੀਕ ਹੈ ਵੀ ਡੈਮੋ ਕਲਾਸਾਂ ਬਈ ਪਰ ਲੋੜ ਹੀ ਨਹੀਂ, 3 ਕਲਾਸਾਂ ਤੁਸੀਂ ਡੈਮੋ ਕਲਾਸਾਂ ਫ੍ਰੀ ਦੇ ਸਕਦੇ ਹੋ। ਫਿਰ ਕਿਆ ਹੈ, ਡੈਮੋ ਦਾ ਮਤਲਬ ਬੱਚੋ ਸਿੰਪਲ ਹੈ, ਕੋਈ ਗੱਲ ਨਹੀਂ। ਡੈਮੋ ਦਾ ਮਤਲਬ ਬੱਚੋ ਸਿੰਪਲ ਹੈ ਵੀ 3 ਦਿਨ ਆ ਕੇ ਤੁਸੀਂ ਦੇ ਸਮਝ ਸਕਦੇ ਹੋ। ਠੀਕ ਹੈ, ਹਲੇ ਵੀ ਕੋਈ ਡਾਊਟ ਹੈ, ਪ੍ਰੋਬਲਮ ਹੈ ਤਾਂ ਤੁਸੀਂ ਇਸ ਕੰਟੈਕਟ ਤੇ ਗੱਲ ਕਰ ਸਕਦੇ ਹੋ 882201 ਵਾਲੇ ਤੇ। ਆਫਲਾਈਨ ਟੈਸਟ ਬੈਚ ਸਟਾਰਟ ਬੱਚੋ ਹੋਊਗਾ 12 ਜੁਲਾਈ ਤੋਂ। ਠੀਕ ਹੈ, ਹਾਂ ਸੱਚ ਲੈ, ਆ ਤਾਂ ਮੈਂ ਕਹਿਣਾ ਭੁੱਲ ਹੀ ਜਾਣਾ ਯਾਰ। ਉਹ ਸਾਰੇ ਸੈਸ਼ਨ ਨੂੰ ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ ਬੱਚੋ, ਕਮੈਂਟ ਵੀ ਕਰ ਦਿਆ ਕਰੋ। ਜਿਹੜੇ ਬੱਚਿਆਂ ਨੇ ਜੁਆਇਨ ਬਾਅਦ ਚ ਕੀਤਾ ਹੈ ਉਹ ਕੋਸ਼ਿਸ਼ ਕਰੋ ਵੀਡੀਓ ਦੇਖਣਾ ਸਟਾਰਟ ਪਿੱਛੇ ਤੋਂ ਕਰੋ। ਹਾਂ, ਇਲੈਕਸ਼ਨ ਕਾਨਗੋ ਦੀ ਬੰਪਰ ਵੈਕੈਂਸੀ ਆ ਚੁੱਕੀ ਹੈ, ਵੀ ਰਿਕਾਰਡ ਤੋੜ ਵੈਕੈਂਸੀ ਆ ਚੁੱਕੀ ਹੈ ਇਲੈਕਸ਼ਨ ਕਾਨਗੋ ਦੀ। ਪੂਰੀਆਂ ਧਮਾਕੇਦਾਰ 5 ਪੋਸਟਾਂ ਨੇ। ਕਿੰਨੀਆਂ ਪੋਸਟਾਂ ਨੇ? 5 ਪੋਸਟਾਂ ਬੱਚੋ ਆ ਚੁੱਕੀਆਂ ਨੇ। 5 ਪੋਸਟਾਂ, ਰਿਕਾਰਡ ਤੋੜ ਬੰਪਰ ਵੈਕੈਂਸੀ ਹੈ। ਮੈਂ ਇਲੈਕਸ਼ਨ ਕਾਨਗੋ ਤਾਂ ਬਸ ਪੁੱਛੋ ਹੀ ਨਾ, ਸਾਡੀ ਤਾਂ ਮਤਲਬ ਉਹ ਵਿੱਚ ਲਿਖਣ ਨੂੰ ਜੀ ਵੀ ਨਹੀਂ ਕਰਿਆ ਯਾਰ, ਬਾਹਰੀ ਗੱਲ ਕੀ ਕਰਨੀ ਹੈ। ਹਾਂ, ਟੀਕਾ ਲਵਾ ਲਿਓ, ਕੋਵਾਸ਼ੀਲਡ ਲਵਾ ਲਿਓ, ਕੋਵਾਸ਼ੀਲਡ। ਉਹ ਕੋਸ਼ਿਸ਼ ਕਰੋ ਟੀਕੇ ਆਪਦੇ ਕੱਲ ਨੂੰ ਲਵਾ ਲਓ ਸਾਰੇ, ਕੱਲ ਨੂੰ। ਆਉਣ ਵਾਲੇ ਸਮੇਂ 'ਚ ਤੁਸੀਂ ਆਫਲਾਈਨ ਬਾਹਰ ਅੰਦਰ ਪੜ੍ਹਨ ਜਾਇਆ ਕਰੋਗੇ, ਹੋ ਸਕਦਾ ਸਰਕਾਰ ਕਮਲੋ ਪੇਪਰ ਵਾਲੇ ਦਿਨ ਜ਼ਰੂਰੀ ਕਰ ਦੇ। ਸਮਝੇ ਮੇਰੀ ਗੱਲ? ਤੇ ਜਿੰਨਾ ਬੱਚਿਆਂ ਨੇ ਕਲਾਸ ਜੁਆਇਨ ਹੁਣ ਬਾਅਦ ਚ ਕੀਤੀ ਹੈ, ਪਹਿਲਾਂ ਬੱਚਾ ਆਪਣੇ 3 ਸਵਾਲ ਹੋ ਚੁੱਕੇ ਆ, ਪਿੱਛੇ ਜੁਆਇਨ ਕਰੋ ਮੜਾ ਜਿਹਾ। ਠੀਕ ਹੈ, ਕਿਉਂਕਿ ਆਪਾਂ ਪੜ੍ਹਾਈ ਦਾ ਨੁਕਸਾਨ ਨਹੀਂ ਕਰਨਾ ਆਪਦਾ। ਸੈਸ਼ਨ ਆਪਣਾ ਲਗਭਗ 15-20 ਮਿੰਟ ਦਾ ਟੱਪ ਚੁੱਕੇ ਹੈ। ਹਾਂ ਚਲੋ ਫਿਰ ਅੱਗੇ ਮੜਾ ਜਿਹਾ ਵਾਪਸ ਮਾਡਰਨ ਹਿਸਟਰੀ ਕਰ ਰਹੇ हैं। ਲਾਲਾ ਲਾਜਪਤ ਰਾਏ ਜੀ ਸ਼ਹੀਦ ਕਦੋਂ ਕੀਤੇ ਗਏ ਹੈ? ਲਾਲਾ ਲਾਜਪਤ ਰਾਏ ਬੜਾ ਧਮਾਕੇਦਾਰ ਬੰਦਾ ਵੀ, ਲਾਲਾ ਲਾਜਪਤ ਰਾਏ ਬੜਾ ਬ੍ਰਾਂਡ ਬੰਦਾ ਹੈ। ਮੈਂ ਕਹਿੰਦਾ ਪੇਪਰ ਵਾਲਾ ਪੂਰਾ ਚਾਂਸ ਹੁੰਦਾ ਹੈ ਵੀ ਲਾਲਾ ਲਾਜਪਤ ਰਾਏ ਦੇ ਰਿਗਾਰਡਿੰਗ ਸਵਾਲ ਪੱਕਾ ਪੁੱਛਦਾ ਹੈ। ਉਸ ਤੋਂ ਕਹਿੰਦੇ 4 ਕੁੜੀਆਂ ਦੀਆਂ। ਵੈਰੀ ਗੁੱਡ ਬਈ, ਵੈਰੀ ਗੁੱਡ। ਉਹ ਮਜ਼ਾਕ ਕਰੀ ਜਾਂਦੇ, ਪੁੱਛੋ ਨਾ ਯਾਰ। ਬਸ ਠੀਕ ਹੈ, ਤੁਸੀਂ ਧਿਆਨ ਪਟਵਾਰੀ ਵੱਲ ਦਿਓ, ਪੰਜਾਬ ਪੁਲਿਸ ਵੱਲ ਦਿਓ, ਇਹੀ ਬੰਪਰ ਵੈਕੈਂਸੀ ਹੈ। ਠੀਕ ਹੈ, ਚੱਕੋ। ਸ਼ਮਨ ਨੇ ਤਾਂ ਕਹਿਤਾ ਕਿ 3 ਤਾਂ ਵੱਡੇ ਬੰਦੇ ਲੈ ਜਾਣਗੇ। ਨਹੀਂ, ਆਂਸਰ 1929 ਨਹੀਂ ਹੈਗਾ। ਜਿਨ੍ਹਾਂ ਨੇ 29 ਕਿਹਾ ਸਾਰਿਆਂ ਦਾ ਗਲਤ ਹੈ, ਵੱਡੇ ਬੈਲੀ। ਆਂਸਰ 1928 ਆਊਗਾ। ਉਹ ਕਮਲੇ ਬੰਦੇ ਯਾਦ ਭੁੱਲ ਗਏ? ਸਾਈਮਨ ਕਮਿਸ਼ਨ ਯਾਦ ਰੱਖੋ। ਉਹ ਜਿਨ੍ਹਾਂ ਨੇ ਬੈਚ ਲਾਇਆ ਘੱਟੋ ਘੱਟ ਉਹ ਤਾਂ ਸਹੀ ਦੱਸ ਦੋ। ਆਪਾਂ ਪੜ੍ਹਦੇ ਹੁੰਦੇ ਆ 1927 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਸਾਈਮਨ ਕਮਿਸ਼ਨ ਨੂੰ ਅਪੁਆਇੰਟ ਕਰਤਾ। ਸਾਈਮਨ ਕਮਿਸ਼ਨ ਦੇ 7 ਮੈਂਬਰੀ ਕਮੇਟੀ ਬਣਾ ਕੇ ਹਿੰਦੁਸਤਾਨ ਚ ਭੇਜਤੀ ਵੀ ਜਾਓ ਪੁੱਤਰੋ, ਇਸ ਮੁਲਕ ਦੇ ਵਿੱਚ ਜਾਓ, ਇੱਕ ਸੋਹਣਾ ਜਿਹਾ ਡਰਾਫਟ ਤਿਆਰ ਕਰਕੇ ਲਿਆਓ, ਇੱਕ ਚੰਗੇ ਜਿਹੇ ਰੂਲਸ ਐਂਡ ਰੈਗੂਲੇਸ਼ਨ ਤਿਆਰ ਕਰਕੇ ਲਿਆਓ ਵੀ ਇਸ ਮੁਲਕ ਵਾਸਤੇ ਆਪਾਂ ਡੈਮੋਕ੍ਰੇਸੀ ਕਿਸ ਤਰੀਕੇ ਨਾਲ ਆਪਾਂ ਇੰਟਰੋਡਿਊਸ ਕਰੀਏ। ਬਟ ਸਾਈਮਨ ਕਮਿਸ਼ਨ ਫਿਰ 1928 ਚ ਆਪਣੇ ਦੇਸ਼ ਚ ਪਹੁੰਚ ਗਿਆ, ਤੇ ਜਦੋਂ ਹਿੰਦੁਸਤਾਨ ਚ ਪਹੁੰਚ ਗਿਆ ਸਾਰੇ ਹਿੰਦੁਸਤਾਨ ਚ ਕੀ ਹੋਣ ਲੱਗ ਗਿਆ? ਸਾਈਮਨਾ ਗੋ ਬੈਕ, ਸਾਈਮਨਾ ਗੋ ਬੈਕ। ਕਿਉਂਕਿ ਇਹ ਬੰਦੇ ਬੱਚੋ 7 ਸੀ। ਸਾਈਮਨ ਕਮਿਸ਼ਨ ਦੇ ਮੈਂਬਰ ਸੀਗੇ 7, 7 ਸੀਗੇ ਗੋਰੇ, ਤੇ ਗੋਰਿਆਂ ਤੋਂ ਆਪਾਂ ਨੂੰ ਨਫ਼ਰਤ ਹੈ। ਉਹ ਕਹਿੰਦੇ ਵਾਹ ਓਏ ਸ਼ੇਰੋ ਸਰਕਸ ਵਾਲਿਓ, 7 ਬੰਦੇ ਭੇਜਤੇ, 7 ਗੋਰੇ ਭੇਜਤੇ ਵੀ ਡਰਾਫਟ ਸਾਡੇ ਵਾਸਤੇ, ਰੂਲਸ ਐਂਡ ਰੈਗੂਲੇਸ਼ਨ ਸਾਡੇ ਵਾਸਤੇ, ਡੈਮੋਕ੍ਰੇਸੀ ਸਾਨੂੰ ਚਾਹੀਦੀ ਹੈ ਵੀ ਸਾਡਾ ਬੰਦਾ ਤਾਂ ਪਾਲੋ ਵੀ ਅਸੀਂ ਦੱਸਾਂ ਸਾਨੂੰ ਚਾਹੀਦਾ ਕੀ ਹੈ। ਕੁੱਲ ਮਿਲਾ ਕੇ ਵਿਰੋਧਤਾ ਹੋਣ ਲੱਗੀ। ਫਿਰ ਇਸੇ ਵਿਰੋਧਤਾ ਦੇ ਵਿੱਚ ਆਪਣਾ ਲਾਲਾ ਲਾਜਪਤ ਰਾਏ ਹਜ਼ਾਰਾਂ ਸਮਰਥਕ ਲੈ ਕੇ ਰੇਲਵੇ ਸਟੇਸ਼ਨ ਤੇ ਪਹੁੰਚ ਗਿਆ। ਕਿਹਦੇ ਖਿਲਾਫ? ਸਾਈਮਨ ਕਮਿਸ਼ਨ ਦੇ। ਇੱਥੇ ਬੱਚੋ ਜ਼ਬਰਦਸਤ ਲਾਠੀ ਚਾਰਜ ਹੋ ਗਿਆ। ਲਾਠੀ ਚਾਰਜ ਹੋ ਗਿਆ ਤਾਂ ਆਪਣੇ ਲਾਲਾ ਲਾਜਪਤ ਰਾਏ ਦੇ ਇੱਥੇ ਹੋ ਗਈ ਇੰਜਰੀ ਤੋਂ ਬਾਅਦ ਇਹਨਾਂ ਦੀ 1928 ਚ ਹੋ ਗਈ ਬੱਚੋ ਮੌਤ। ਕਿਉਂਕਿ ਲਾਠੀ ਚਾਰਜ ਨੂੰ ਪਤਾ ਹੈ ਵੀ ਜਦੋਂ ਡਾਂਗਾ ਚੱਲਣ ਲੱਗ ਜਾਣ ਤਾਂ ਡਾਂਗਾ ਵੱਜੀਆਂ ਤੇ ਕੁੱਲ ਮਿਲਾ ਕੇ ਇੰਜਰਡ ਹੋ ਗਏ। ਉਸ ਤੋਂ ਬਾਅਦ ਫਿਰ ਇਹਨਾਂ ਦੀ 1928 ਚ ਹੋ ਗਈ ਮੌਤ। ਤੇ ਇਹ ਵੀ ਯਾਦ ਰੱਖਿਓ ਲਾਲਾ ਲਾਜਪਤ ਰਾਏ ਜੀ ਨੂੰ ਕੀ ਕਿਹਾ ਜਾਂਦਾ ਬੱਚੋ? ਪੰਜਾਬ ਕੇਸਰੀ। ਕੀ ਕਿਹਾ ਜਾਂਦਾ ਹੈ? ਪੰਜਾਬ ਕੇਸਰੀ। ਇੱਥੇ ਇੱਕ ਬੜਾ ਧਮਾਕੇਦਾਰ ਪੁਆਇੰਟ ਹੈ। ਲੈ ਮੈਂ ਸ਼ਰਤ ਲੈ ਕੇ ਨਾ ਪੇਪਰ ਦੇ ਵਿੱਚ ਬਹੁਤ ਘੱਟ ਬੰਦੇ ਸਹੀ ਟਿਕ ਲਾਉਣਗੇ, ਬਹੁਤ ਘੱਟ ਬੰਦੇ। ਢਿਆ ਕਿਉਂ ਨਹੀਂ ਯਾਰ? ਹਾਂ ਹੁਣ ਟਹਿ ਗਿਆ। ਇਹਦਾ ਆਂਸਰ ਆਪਣਾ 1928 ਹੈ।
ਇੱਕ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਹਿੰਦੁਸਤਾਨ ਦੇ ਵਿੱਚ ਹੋਮ ਰੂਲ ਲੀਗ ਸਟਾਰਟ ਕੀਤੀ ਗਈ ਹੈ 1916 ਦੇ ਵਿੱਚ। ਬੱਚਾ ਬੱਚਾ ਜਾਣਦਾ, ਬੱਚਾ ਬੱਚਾ, ਹਰ ਬੱਚਾ ਜਾਣਦਾ, ਹਰ ਬੱਚਾ ਗਲੀ ਨੁੱਕਰ ਤੇ ਬੈਠਾ ਹਰ ਬੱਚਾ ਜਾਣਦਾ ਵੀ ਇਹਦੇ ਨਾਲ ਦੋ ਨਾਮ ਸੰਬੰਧਿਤ ਹੈ, ਬਾਲ ਗੰਗਾਧਰ ਤਿਲਕ ਤੇ ਦੂਜਾ ਆਪਣਾ ਐਨੀ ਬੇਸੈਂਟ। ਪਰ ਤੁਹਾਨੂੰ ਪਤਾ ਹੈ ਇੱਕ ਜਮਾ ਰਲਮੀ ਮਿਲਮੀ ਮੂਵਮੈਂਟ ਆਪਣੇ ਲੀਗ ਸਟਾਰਟ ਕੀਤੀ ਹੋਈ ਹੈ ਲਾਲਾ ਲਾਜਪਤ ਰਾਏ ਨੇ। ਉਹ ਕੋਈ ਨਹੀਂ ਜਾਣਦਾ, ਉਹ ਆਪਾਂ ਜਾਣਾਂਗੇ। ਆਪਾਂ ਉਹ ਯਾਦ ਰੱਖੋ, ਲਾਲਾ ਲਾਜਪਤ ਰਾਏ ਸਟਾਰਟਡ ਹੋਮ ਰੂਲ ਲੀਗ ਆਫ ਅਮਰੀਕਾ। ਹੋਮ ਰੂਲ ਲੀਗ ਆਫ, ਇਹ ਅਮਰੀਕਾ ਦਾ ਮਤਲਬ ਕੀ ਹੈ ਵੀ ਇਹਨਾਂ ਨੇ ਸਟਾਰਟ ਉੱਥੇ ਕੀਤੀ ਸੀ। ਉੱਥੇ ਯਾਦ ਰੱਖਣ ਦਾ ਤਰੀਕਾ ਇਹ, ਇਹਨਾਂ ਨੇ ਸਟਾਰਟ ਕਿੱਥੇ ਕੀਤੀ ਹੈ? ਅਮਰੀਕਾ ਦੇ ਵਿੱਚ ਕੀਤੀ ਹੈ। ਕਦੋਂ ਕੀਤੀ ਹੈ? 1917 ਦੇ ਵਿੱਚ। ਕਿੱਥੇ ਕੀਤੀ ਹੈ? ਨਿਊਯਾਰਕ। ਨਿਊਯਾਰਕ। ਇੱਕ ਹੋਰ ਪੁਆਇੰਟ ਯਾਦ ਆ ਗਿਆ ਬੱਚੋ, ਲਾਲਾ ਲਾਜਪਤ ਰਾਏ ਦੀ ਬੜੀ ਧਮਾकेदार किताब है, बड़ी धमाकेदार किताब है, पेपर सैकड़े बार पूछी गई है। अनहैप्पी इंडिया, अनहैप्पी इंडिया। बस समझ लो किताब सोडे ते गई जमा, जिवें सोनू खुश करना बहुत औखा होया पिया, उस तरीके नाल किताब का नाम भी की है? अनहैप्पी इंडिया। जिवें तुसीं हमेशा की रहने हो? दुखी रहने हो। हुण कल मैं आया नहीं, सर दा टैंपू पलट गया, सर दा तेल मुक गया टैंपू दा, सर दा फलाना हो गया। वैसे कमेडी बहुत हो तुसीं करी, कुछ शक वाली गल नहीं। पर अनहैप्पी इंडिया बा मतलब की है? जिंदगी च कुछ ही हो चले, खुश रहना सीखो। बस मैं तो यही गल कहना, ये पढ़ाइयां पढ़ूइयां चलदियां रहणगियां कि तू ना दिमाग दे नसां फाड़ लियो। समझे मेरी गल? खुश होकर पढ़ना वधिया। हाँ, अनहैप्पी इंडिया, वेरी गुड। वो लंडन च नहीं, अमेरिका च, अमेरिका च। संदीप सिंह ठीक है, अमेरिका च है। एक बार चेक करियो तुसीं, एक बार तुसीं चेक करियो। चलो फिर ਇਹ ਲਾਲ ਆਏ ਪਤਾ ਹੈ ਬੱਚਾ ਆਪਣਾ ਉਹੀ ਹੈ ਲਾਲ-ਪਾਲ ਬਾਲ ਲਾਲ। ਪੜ੍ਹਦੇ ਨੇ ਆਪਾਂ ਬਾਲ-ਪਾਲ ਲਾਲ। ਆ ਦੇਖੋ ਬਾਲ ਆ ਪਿਆ, ਲਾਲ ਆ ਪਿਆ ਤੇ ਪਾਲ ਆਪਣਾ ਬਿਪਿਨ ਚੰਦਰ ਪਾਲ ਹੈ। ਲਾਲਾ ਲਾਜਪਤ ਰਾਏ, ਬਿਪਿਨ ਚੰਦਰ ਪਾਲ ਤੇ ਆਪਣਾ ਬਾਲ ਗੰਗਾਧਰ ਤਿਲਕ। ਇਹ ਬਾਲ-ਪਾਲ ਲਾਲ ਦੀ ਆਪਣੀ ਤਿੱਕੜੀ ਹੈ। ਅਸੀਂ ਆ ਕਾਹਨੂੰ ਕਿਹਾ ਤੁਸੀਂ? ਆ ਸੁਪ੍ਰੀਤ ਕੌਰ, ਹਾਂ ਸੁਪ੍ਰੀਤ ਕੌਰ ਵੀ ਸੀ, ਯਾਦ ਆ ਗਿਆ ਮੇਰੇ, ਯਾਦ ਆ ਗਿਆ। ਇਹਨਾਂ ਨੇ ਵੀ ਕੱਲ ਕਿਹਾ ਸੀ ਟੈਕਸੇਸ਼ਨ ਬਾਰੇ। ਉਹ ਟੈਕਸੇਸ਼ਨ ਦੇ ਰਿਗਾਰਡਿੰਗ ਮੈਂ ਦੱਸਣਾ ਭੁੱਲ ਗਿਆ। ਉਹ ਸਾਰੇ ਬੱਚੋ ਜਿਹੜਾ ਆਪਣਾ 40 ਨੰਬਰ ਦਾ ਪੋਰਸ਼ਨ ਹੈ ਐਕਸਾਈਜ਼ ਇੰਸਪੈਕਟਰ ਦੇ ਪੇਪਰ ਦੇ ਵਿੱਚ, ਉਹਦਾ ਫੁੱਲ ਫਲੈਜ ਵਿਦ ਪ੍ਰੈਕਟਿਸ, ਫੁੱਲ ਫਲੈਜ ਵਿਦ ਪ੍ਰੈਕਟਿਸ ਬੱਚੋ ਆਪਣੀ ਅਰੋੜਾ ਕਲਾਸਿਸ ਐਪ ਤੇ ਸਾਰਾ ਕੰਟੈਂਟ ਸਟਾਰਟ ਕੀਤਾ ਹੋਇਆ ਹੈ। ਉਹ ਤੁਸੀਂ ਉੱਥੇ ਜਾ ਕੇ ਜੁਆਇਨ ਕਰ ਸਕਦੇ ਹੋ। ਠੀਕ ਹੈ, ਸਪੈਸ਼ਲ ਅੱਡ ਬਣਾਇਆ 40 ਮਾਰਕਸ ਦਾ, ਤੁਸੀਂ ਉੱਥੇ ਜੁਆਇਨ ਕਰ ਸਕਦੇ ਹੋ ਕਦੋਂ ਵੀ। ਮੌਕ ਟੈਸਟ ਆ ਤੇ ਆ ਹੈ ਤਾਂ ਹੈਗਾ ਮੌਕ ਟੈਸਟ, क्या मोक है? मोक टेस्ट है होर की आ केड़े टेस्ट है? वो मैं तुहानू सारी जीके दा, सारे जीके मोक टेस्ट तुहानू मैं इत्थे करा रहे हैं। चिंता नहीं करो, चिंता ना करो। हाँ, PNB दे को फाउंडर भी यही है, PNB दे को फाउंडर भी वेरी गुड। मोगा दे भी यही, मोगे दे आए, मोगे दे। चलो यार आ याद रखियो, किताब का नाम है अनहैप्पी इंडिया। आ बच्चों ने स्टार्ट किया अमेरिका। ਇਹਦੇ ਨਾਲ ਮੇਰੇ ਹਿਸਾਬ ਨਾਲ ਸਾਰਿਆਂ ਨੇ ਪੁਆਇੰਟ ਨੋਟ ਕਰ ਲਏ ਹੋਣਗੇ। ਤੁਹਾਨੂੰ ਪਤਾ ਜਿਵੇਂ ਵਿੱਚ ਕੁਝ 1-2 ਮਿੰਟ ਦਾ ਬ੍ਰੇਕ ਕਿਉਂ ਲੈ ਰਹੇ ਹਾਂ? ਕਿਉਂਕਿ ਮੈਨੂੰ WhatsApp ਤੇ ਕਾਫੀ ਬੰਦਿਆਂ ਨੇ ਰਿਕਮੈਂਡ ਕੀ ਕੀਤਾ ਹੈ ਵੀ ਸਰ ਸਾਨੂੰ ਨਾਲ ਲਿਖਣ ਦਾ ਟਾਈਮ ਘੱਟ ਮਿਲਦਾ ਹੈ। ਮੈਂ ਚਲੋ ਠੀਕ ਹੈ, ਅੱਜ ਥੋੜਾ ਵੱਧ ਦੇਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਤੇ ਮੇਰੇ ਹਿਸਾਬ ਨਾਲ ਅੱਜ ਤੁਹਾਨੂੰ ਨਾਲ ਲਿਖਣ ਦਾ ਟਾਈਮ ਬਾਬਾ ਮਿਲ ਰਿਹਾ ਹੋਊਗਾ ਮੇਰੇ ਹਿਸਾਬ ਨਾਲ। ਠੀਕ ਹੈ, ਜੋ ਹੋਰ ਪੁਆਇੰਟ ਆਪਾਂ ਦੇਖਣਾ ਪੇਪਰ ਦੇ ਅਕੋਰਡਿੰਗ ਮੇਰੇ ਹਿਸਾਬ ਨਾਲ ਬਹੁਤ ਹੋਰ ਬਾਲੇ ਦੇਖ ਕੇ ਵੀ ਕੀ ਕਰਨੇ ਆਪਾਂ ਕਿਹੜਾ ਕ੍ਰਿਸ਼ ਹੈ, ਇੰਨੀ ਬਹੁਤ ਆ ਪੁਆਇੰਟ ਆਪਾਂ ਨੂੰ। ਠੀਕ ਹੈ, ਇੱਕ ਆਪਣੇ ਉਹ ਹੈਗੀ ਹੈ ਨਾ ਸਰਵੈਂਟਸ ਆਫ ਇੰਡੀਆ ਸੁਸਾਇਟੀ। ਮੈਨੂੰ ਆਹ ਦੱਸੋ ਵੀ ਹਿੰਦੁਸਤਾਨ ਦੇ ਵਿੱਚ ਆਹ ਬੋਡੀ ਕੌਣ ਲੈ ਕੇ ਆਇਆ? ਸਰਵੈਂਟਸ ਆਫ ਇੰਡੀਆ ਸੁਸਾਇਟੀ। ਬਹੁਤ ਹੀ ਸੌਖਾ ਪੁਆਇੰਟ ਪੁੱਛਿਆ, ਹਿੰਦੁਸਤਾਨ ਦੇ ਵਿੱਚ ਸਰਵੈਂਟਸ ਆਫ ਇੰਡੀਆ ਸੁਸਾਇਟੀ ਕੌਣ ਲੈ ਕੇ ਆਇਆ? ਮੈਂ ਦੱਸਦਾ ਫਿਰ ਮੈਂ ਕਿਉਂ ਪੁੱਛਿਆ। ਇਹ ਪੁੱਛਣ ਦਾ ਕਾਰਨ ਹੈ, ਇਹ ਪੁੱਛਣ ਦਾ ਕਾਰਨ ਹੈ ਜਸਪਾਲ ਸਿੰਘ ਫੀਸ ਦੇ ਰਿਗਾਰਡਿੰਗ ਬੱਚੇ ਤੁਹਾਨੂੰ ਕੱਲ ਨੂੰ ਆਫਲਾਈਨ ਆ ਕੇ ਤੁਸੀਂ ਪੁੱਛ ਲਿਓ, ਨਹੀਂ ਫਿਰ ਤੁਸੀਂ ਦਿੱਤੇ ਹੋਏ ਕੰਟੈਕਟ ਨੰਬਰ ਤੇ ਕਾਲ ਕਰ ਲਿਓ। ਅੱਛਾ, ਸਕਰੀਨਸ਼ਾਟ ਲੈਣਾ पर कोशिश करो लिखना है, किते स्क्रीनशॉट लेके ना किते फोन की मैमरी फुल कर लियो। मेरा सवाल की है, सर्वेंट्स ऑफ इंडिया सोसाइटी दा फाउंडर पता कौन है? ये 1905 विच ऑर्गेनाइजेशन बनाई सी गोपाल कृष्ण गोखले ने, गोपाल कृष्ण गोखले ने। हुण अद्धे कहणगे भी सर दे दिमाग च की फल्ट पै गया भी पढ़ी आने लाला लाजपत राय ते विच ही पॉइंट दा पता गोपाल कृष्ण गोखले दा, क्योंकि सोनू बच्चों पेपर वाला ਇਹਦੇ ਚ ਵੀ ਉਲਝਾਊਗਾ। क्यों उलझाऊगा? एक बॉडी एक ऑर्गेनाइजेशन लाला लाजपत राय भी लेके आई है, वो केड़ी है? आओ इधर लिख लो, सर्वेंट्स ऑफ पीपल सोसाइटी
है ना कमाल की बात। एक एक वर्ड का फर्क है, एक एक वर्ड का फर्क। बच्चों का की दोष है, इन्ना बोझ आ बेचारियां ते। ਉਹ ਪੁੱਛਣਗੇ ਆਹਾ ਸਰਵੈਂਟ ਆਫ ਪੀਪਲ ਸੁਸਾਇਟੀ, ਬਸ ਸਰਵੈਂਟ ਦੇ ਨਾਂ ਤੇ ਭੜਕਾ ਦੇਣਗੇ ਆਪਣੇ ਵਾਲੇ ਕੀ ਗੋਪਾਲ ਕ੍ਰਿਸ਼ਨ ਗੋਖਲੇ, ਤੇ ਬਾਅਦ ਜਦੋਂ ਆਨਸਰ ਕੀ ਆਉਂਦੀ ਹੈ, ਆਨਸਰ ਗਲਤ ਆ ਗਿਆ। ਸਾਰੇ ਬੱਚੇ ਸੈਸ਼ਨ ਨੂੰ ਲਾਈਕ ਵੀ ਕਰ ਦਿਆ ਕਰੋ, ਸ਼ੇਅਰ ਵੀ ਕਰ ਦਿਆ ਕਰੋ, ਸਬਸਕ੍ਰਾਈਬ ਵੀ ਕਰ ਲਓ ਚੈਨਲ ਜੇ ਤੁਸੀਂ ਫਸਟ ਵਾਰੀ ਆਏ ਹੋ ਤਾਂ, ਤੇ ਕਮੈਂਟ ਵੀ ਕਰ ਦਿਆ ਕਰੋ। ਕਮੈਂਟ ਨਾਲ ਚੱਜ ਦੇ ਕਰੀਦੇ ਹੁੰਦੇ ਆ। ਇੱਕ ਆਪਣਾ ਮਿਸ਼ਰਾ ਜੀ ਵਾਲਾ ਕਮੈਂਟ ਉਹ ਨਹੀਂ ਕਰੀਦਾ ਜਿਹੜੇ ਆਪਣਾ ਉਹਨੇ ਕੀਤਾ ਮਿਸ਼ਰੇ ਨੇ, ਇੱਕ ਮਿਸ਼ਰਾ ਬੰਦਾ ਉਹ ਕਮੈਂਟ ਬੜਾ ਖਤਰਨਾਕ ਕਰਦਾ, ਉਹ ਨੁਕਸ ਕੱਢਣੀ ਆਉਂਦਾ ਹੁੰਦਾ ਉਹ ਪਤੰਦਰ ਉੱਥੇ ਉਲਝਿਆ ਫਿਰਦਾ। ਹਾਲੇ ਆਪਾਂ ਜਿਹੜੀ ਕਲਾਸ ਅੱਜ ਤੋਂ 1.5 ਮਹੀਨੇ ਪਹਿਲਾਂ ਨਹੀਂ ਲਾਈ, ਉਹ ਪ੍ਰੈਜ਼ੀਡੈਂਟ ਉਹ ਕਿਤੇ ਅਣਕੇ ਚ ਬੋਲਿਆ ਨਹੀਂ ਜਾਂਦਾ, ਆਪਾਂ ਫਲੋ ਚ ਵੀ ਇੱਕ ਗਵਰਨਰ ਹੁੰਦਾ ਆਪਣੇ ਆਏ, ਵਾਈਸ ਗਵਰਨਰ ਨਹੀਂ ਹੁੰਦਾ, ਉਧਰ ਵਾਈਸ ਪ੍ਰੈਜ਼ੀਡੈਂਟ ਨਹੀਂ ਹੁੰਦਾ। ਉਹ ਪਤੰਦਰ ਆਹੀ ਗੱਲ ਚੱਕੀ ਬੈਠਾ ਹੈ, ਕਹਿੰਦਾ ਸਰ ਵਾਈਸ ਪ੍ਰੈਜ਼ੀਡੈਂਟ ਨਹੀਂ ਹੁੰਦਾ। ਉਹਨੂੰ ਕੌਣ ਸਮਝਾਵੇ ਵੀ ਉਦੋਂ ਬਾਅਦ ਅਸੀਂ 2.5 ਮਹੀਨਿਆਂ ਚ ਭਰਾਵਾ ਪੋਲਿਟੀ ਵੀ ਕਰ ਲਈ, ਉਦੋਂ ਬਾਅਦ ਅਸੀਂ ਵਾਈਸ ਪ੍ਰੈਜ਼ੀਡੈਂਟ ਦੇਖ ਵੀ ਲਿਆ ਵੀ ਕਿਵੇਂ ਚੁਣਿਆ ਜਾਂਦਾ, ਕਿਵੇਂ ਰਿਮੂਵ ਹੁੰਦਾ। ਉਹ ਉਸ ਗੱਲ ਤੇ ਅੜਿਆ ਬੈਠਾ। ਅੱਜ ਤਾਂ ਉਹਨੇ ਕਮੈਂਟ ਕਰਿਆ ਵੀ ਅੰਗਰੇਜ਼ੀ ਚ, ਪਤਾ ਨਹੀਂ ਦੱਸਦਾ ਮੈਨੂੰ ਅੰਗਰੇਜ਼ੀ ਆਉਂਦੀ ਹੈ। ਅੱਜ ਕਹਿੰਦਾ ਵੀ ਪਤਾ ਨਹੀਂ ਕਿਵੇਂ ਲਿਖਿਆ ਸੀ ਯਾਰ, ਮਿਸਗਾਈਡਡ, ਕਹਿੰਦਾ ਮਿਸਗਾਈਡ ਕੀਤਾ ਜਾ ਰਿਹਾ। ਕਰ ਲੋ ਗੱਲ, ਜਿਵੇਂ ਮੈਂ ਲੀਡਰ ਹੁੰਦਾ, ਜਿਵੇਂ ਮੈਂ ਕਿਸੇ ਤੋਂ ਵੋਟਾਂ ਲੈਣੀਆਂ ਹੁੰਦੀਆਂ ਐਂ ਕਰੀ ਜਾਂਦੇ, ਜਾਂ ਮੈਂ ਕਿਸੇ ਦੇ ਪੈਸੇ ਲਏ ਹੁੰਦੇ ਆ ਕਿ ਮਿਸਗਾਈਡ ਹੋ ਰਹੇ ਹੈ। ਕਮੈਂਟ ਉਹ ਜਿਹੇ ਵੀ ਨਹੀਂ ਕਰੀਦੇ ਹੁੰਦੇ। ਹਾਂ ਚਲੋ ਸ਼ੁਰੂ ਕਰਦੇ ਹਾਂ ਆਪਾਂ। ਆਹ ਕਮੈਂਟ ਚੱਜ ਦਾ ਕੀਤਾ, ਦੱਬੀ ਚੱਲੋ। ਗੁਰਜੰਟ ਸਿੰਘ ਅਗਲਾ ਪੁਆਇੰਟ ਦੇਖਣ ਜਾ ਰਹੇ ਹਾਂ। ਲਓ ਵੀ ਕਹਿੰਦੇ ਔਨ ਵਿਚ ਡੇਟ ਗਾਂਧੀ ਬ੍ਰੋਕ ਦਾ ਸਾਲਟ ਲਾ। ਪੇਪਰ ਚ ਬੱਚੋ ਕਾਲੀ ਨਾ ਕਰੋ, ਜਿਹੜਾ ਆਪਣਾ ਸਾਲਟ ਲਾ ਡਾਂਡੀ ਮਾਰਚ ਹੈ, ਇਸ ਨੂੰ ਬੱਚੋ ਆਪਾਂ ਸਾਲਟ ਮਾਰਚ ਵੀ ਕਹਿ ਦਿੰਦੇ ਆ। ਤੇ ਸਭ ਤੋਂ ਵੱਡਾ ਪੁਆਇੰਟ ਪਤਾ ਪੇਪਰ ਚ ਕੀ ਬਣਨਾ, ਇਸ ਡਾਂਡੀ ਮਾਰਚ ਦੇ ਨਾਲ ਐਗਜ਼ਾਮੀਨਰ ਸਵਾਲ ਇਹ ਪੁੱਛੂਗਾ, ਧਿਆਨ ਦਿਓ ਪੱਕਾ ਪੁੱਛੂਗਾ ਐਗਜ਼ਾਮੀਨਰ ਸਵਾਲ, ਬਸ ਲਿਖੀ ਜਾਂਦਾ ਆਪਣਾ ਸਵਾਲ ਦੇਖ ਕੇ, ਧਿਆਨ ਦਿਓ ਕੀ ਹੈ। ਡਾਂਡੀ ਮਾਰਚ ਦੇ ਨਾਲ ਪੁੱਛਣਗੇ ਹਿੰਦੁਸਤਾਨ ਚ ਕਿਹੜੀ ਮੂਵਮੈਂਟ ਸਟਾਰਟ ਹੋਈ ਹੈ, ਤਾਂ ਬੱਚਾ ਪਾਰਟੀ ਆਪਾਂ ਟਿਕ ਲਾਵਾਂਗੇ ਸਿਵਲ ਡਿਸਓਬੀਡੀਐਂਸ ਮੂਵਮੈਂਟ। ਸਿਵਲ ਡਿਸਓਬੀਡੀਐਂਟ ਆਪਾਂ ਸਾਰੇ ਘਰਾਂ ਚ ਕੀ ਹੁੰਦੇ ਆ, ਡਿਸਓਬੀਡੀਐਂਟ। ਆਪਾਂ ਘਰੇ ਆਪਦੇ ਮੰਮੀ ਡੈਡੀ ਦਾ ਕਹਿਣਾ ਨਹੀਂ ਮੰਨਦੇ ਕਿ ਮੰਨਦੇ ਹੋ। ਸਿਵਲ ਡਿਸਓਬੀਡੀਐਂਟ ਮੂਵਮੈਂਟ, ਸਮਝੇ ਮੇਰੀ ਗੱਲ। ਇਸ ਮਾਰਚ ਨਾਲ ਸ਼ੁਰੂ ਹੋਈ ਹੈ ਡਾਂਡੀ ਮਾਰਚ ਯਾਤਰਾ। ਡਾਂਡੀ ਪਿੰਡ ਦਾ ਨਾਮ ਹੈ। ਇਸ ਦੇ ਵਿੱਚ ਆਪਾਂ ਬੱਚੋ ਲਾਅ ਤੋੜਿਆ, ਕਿਹੜਾ ਲਾਅ ਤੋੜਿਆ, ਸਾਲਟ ਲਾਅ ਤੋੜਿਆ। ਗੋਰਾ ਪਾਰਟੀ ਪੁਰਾਣੇ ਐਕਟ ਦੇ ਆਧਾਰ ਤੇ ਹਿੰਦੁਸਤਾਨ ਟੈਕਸ ਲਾਈ ਜਾਂਦੀ ਹੈ, ਉਹ ਨੈਚੁਰਲ ਬਣਦਾ ਹੈ, ਆਪਣੀ ਹੱਦਾਂ 'ਚ ਨੂਣ ਬਣਦਾ ਹੈ, ਆਪਾਂ ਨੂੰ ਮੰਜੀ ਜਾਂਦੀ ਹੈ। ਇੱਥੇ ਫਿਰ ਗੋਰਿਆਂ ਨੇ ਪਹਿਲਾ ਲਾਅ ਤੋੜਨਾ ਆਪਾਂ ਗੋਰਿਆਂ ਦਾ। ਇਹ ਆਪਾਂ ਇੱਥੇ ਕਿਉਂ ਤੋੜਿਆ, ਜਿਨ੍ਹਾਂ ਨੇ ਤਾਂ ਹਿਸਟਰੀ ਪੜ੍ਹੀ ਵੀ ਹੈ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਹੋਊਗਾ ਵੀ ਇੱਥੇ ਕੀ ਹੋਇਆ ਸੀਗਾ। 1929 ਚ ਸੈਸ਼ਨ ਹੋਇਆ ਸੀ ਬੱਚੋ ਕਾਂਗਰਸ ਦਾ, ਲਾਹੌਰ ਸੈਸ਼ਨ ਆਫ ਕਾਂਗਰਸ, ਜਿੱਥੇ ਪ੍ਰਧਾਨ ਕੌਣ ਸੀ, ਜਵਾਹਰ ਲਾਲ ਨਹਿਰੂ। ਇੱਥੇ ਆਪਾਂ ਆਉਣ ਵਾਲੀ 26 ਜਨਵਰੀ 1930 ਨੂੰ ਆਪਦਾ ਪਹਿਲਾ ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕਰਨ ਨੂੰ ਕਿਹਾ ਸੀ ਨਾ। ਬਸ ਫਿਰ ਆਹ ਚੀਜ਼ ਹੈ, ਉਹ ਗੋਰਾ ਹੁਣ ਇਹ ਆਪਾਂ ਕਿਹਾ ਸੀ, ਪ੍ਰਾਂਤ ਨੇ ਗੋਰਾ ਨੇ ਮੰਨ ਲਿਆ ਵੀ ਬਾਏ ਟਾਟਾ ਸਮਾਨ ਪੈਕ ਕਰਦੇ ਆ ਜਾਂਦੇ ਆ। ਇਹ ਤਾਂ ਅਲਟੀਮੇਟਮ ਆਪਾਂ ਦਿੱਤਾ, ਉਹ ਨਹੀਂ ਗਏ। ਫਿਰ ਆਉਣ ਵਾਲੀ 12 ਮਾਰਚ 1930 ਨੂੰ ਗਾਂਧੀ ਨੇ ਕੀ ਸਟਾਰਟ ਕਰਤੀ ਬੱਚੋ, ਡਾਂਡੀ ਮਾਰਚ। ਇਹ ਦੋਨੇ ਨਾ ਕੁਦਰਤੀ ਮਾਰਚ ਹੋ ਗਏ। ਆ ਡਾਂਡੀ ਮਾਰਚ ਡਾਂਡੀ ਯਾਤਰਾ ਹੋ ਗਈ, ਆ 12 ਮਾਰਚ ਤਰੀਕ ਹੋ ਗਈ। 12 ਮਾਰਚ 1930 ਤੋਂ ਲੈ ਕੇ ਇਹ 24 ਦਿਨਾਂ ਦੀ ਯਾਤਰਾ, 24 ਦਿਨਾਂ ਦੀ ਯਾਤਰਾ ਯਾਦ ਰੱਖਣੀ ਹੈ। ਇਹ ਗਾਂਧੀ ਦੀ ਬੱਚੋ 24 ਦਿਨਾਂ ਦੀ ਯਾਤਰਾ ਹੈ, 24 ਦਿਨਾਂ ਦੀ ਯਾਤਰਾ ਹੈ, 390 ਕਿਲੋਮੀਟਰ ਦੀ ਯਾਤਰਾ ਹੈ। ਕਮਾਲ ਤਾਂ ਇਸ ਗੱਲ ਦੀ ਹੈ, ਜਦੋਂ ਯਾਤਰਾ ਸਟਾਰਟ ਹੋਈ ਹੈ ਸਾਰੇ 80 ਬੰਦੇ ਸੀ, 80 ਬੰਦੇ। ਪਰ ਜਦੋਂ ਨੂੰ ਕਾਫਲਾ ਬਣਦਾ ਜਾਊਗਾ, ਸੁਖਣਾ 5ਵੇਂ 6ਵੇਂ 7ਵੇਂ 8ਵੇਂ ਨਾਲ ਹਜ਼ਾਰਾਂ ਲੋਕ ਜੁੜਦਾ ਗਿਆ। ਜਦੋਂ ਨੂੰ ਬੱਚੋ ਕਾਫਲਾ ਐਂਡ ਤੇ ਪਹੁੰਚਾ ਨਾ 2 ਕਿਲੋਮੀਟਰ ਤੱਕ ਕੱਟ ਸੀ, 2 ਕਿਲੋਮੀਟਰ ਤੱਕ ਕੱਟ। ਐਡੀ ਲਾਰਜ ਸਕੇਲ ਤੇ ਮੂਵਮੈਂਟ ਚੱਲ ਪਈ ਤੇ ਕਿਹਾ ਗਿਆ ਗੋਰਾ ਪਾਰਟੀ ਨੇ 60,000 ਬੰਦਾ ਅਰੈਸਟ ਕੀਤਾ। 60,000 ਬੰਦਾ 80 ਤੋਂ ਸਟਾਰਟ ਹੋਈ ਹੈ, 80 ਤੋਂ ਸਟਾਰਟ ਹੋਈ ਹੈ, 80 ਤੋਂ। ਉਹ ਵੈਰੀ ਗੁੱਡ ਸਰਪੰਚ ਸਾਹਿਬ, ਇੱਥੋਂ ਪਤਾ ਲੱਗ ਗਿਆ ਬੰਦਾ ਆਪਣਾ ਕੀ ਹੈ, ਆਫਲਾਈਨ ਬੈਚ ਦਾ ਸਟੂਡੈਂਟ ਹੈ। ਇਹ ਕਮੈਂਟ ਆਪਾਂ ਪੜ੍ਹਦੇ ਹੁੰਦੇ ਆ ਵੀ ਇੱਥੇ ਗਾਂਧੀ ਨੇ ਧੱਕਾ ਮੁੱਕੀ ਹੋਈ ਹੈ, ਗਾਂਧੀ ਨੂੰ ਵੀ ਇੱਥੇ ਪੁਲਿਸ ਵਿੱਚ ਚੱਕ ਕੇ ਲਏ, ਗਾਂਧੀ ਵੀ ਅਰੈਸਟ ਹੋ ਗਿਆ ਸੀ ਤੇ ਇੱਥੇ ਗਾਂਧੀ ਨੇ ਕਮੈਂਟ ਮਾਰਿਆ ਸੀਗਾ। ਪਹਿਲਾਂ ਤਾਂ ਗਾਂਧੀ ਨੇ ਕਮੈਂਟ ਤੇ ਹੋਰ ਵੀ ਮਾਰਿਆ ਸੀਗਾ, ਕਹਿੰਦਾ ਵਿਦ ਦਿਸ ਆਈ ਐਮ ਸ਼ੇਕਿੰਗ ਦ ਬ੍ਰਿਟਿਸ਼ ਅੰਪਾਇਰ। ਤੇ ਬਾਅਦ ਜਦੋਂ ਪੁਲਿਸ ਚੱਕ ਕੇ ਲੈ ਗਈ ਕਹਿੰਦਾ ਮੈਂ ਤਾਂ ਨੀਮਾ ਹੋ ਕੇ ਬ੍ਰੈਡ ਮੰਗਿਆ ਸੀ, ਕਹਿੰਦਾ ਔਨ ਬੈਂਡਡ ਨੀਜ਼ I asked for the bread and received stone instead। ਇਹ ਕਮੈਂਟ ਵੀ ਮਾਰਿਆ ਸੀ ਗਾਂਧੀ ਨੇ ਕਮੈਂਟ ਬੜੇ ਮਾਰੇ ਹੈ। ਪਰ ਆ ਯਾਦ ਰੱਖਿਓ, ਜੇ ਤਾਂ ਪੁੱਛਿਆ ਮੂਵਮੈਂਟ ਚੱਲੀ ਕਦੋਂ ਹੈ, ਡਾਂਡੀ ਮਾਰਚ 12 ਮਾਰਚ 1930। ਜੇ ਪੁੱਛਿਆ ਖੰਮ ਕਦੋਂ ਹੋਈ ਹੈ, ਇਹ ਖੰਮ ਹੋਈ ਹੈ 6 ਅਪ੍ਰੈਲ 1930। ਸਟਾਰਟਿੰਗ ਤੇ ਖੰਮ ਦੋਨੇ ਅਲੱਗ-ਅਲੱਗ ਕੀ ਹੈ,
याद रखियो दोने अलग अलग की है, याद रखियो। दूजी गल जे पूछया ये मूवमेंट स्टार्ट कितों हुई है तो हम लोग टिक लगाएंगे साबरमती आश्रम। क्या टिक लगाएंगे? साबरमती आश्रम तो स्टार्ट हुई है डांडी मार्च। ठीक है, उस सवाल का आंसर टिक ला दिए। पूछा की है कंक्लूडिंग भी किथे भाई डांडी मार्च पूरी हुई है, किदे पूरी हुई है? 6 अप्रैल ਨੂੰ हुई है। किदे हुई है? हाँ, गांधी कमेंट बहुत मारदा सी, गल गल ते वेरी गुड रंजीत जलाल। अजकल रंजीत जलाल कमेंट घट मार रहा है, मैं तो देखी अज बड़े दिनों बाद। हाँ लून, ठीक है, लवदीप वेरी गुड, शुक्र है फिर। चलो ठीक है, कोई होर पॉइंट? टाड़ा साल्ट, साबरमती आश्रम, कोई होर पॉइंट भी? नूर ऐश वेरी गुड, नूर ऐश ही पहुंच गया। नूर ऐश पहुंच गया कि पहुंच गई बई? मैं दसो भी नूर ऐश सोडियम क्लोराइड हुण कहां किते NaCl लिख दो, हुण कहां केमिस्ट्री दिखाउण लागे। चलो फिर अगला पॉइंट बच्चों डिस्कस करन जा रहे हैं। मुजफ्फरपुर बंब केस पेपर के अकॉर्डिंग सब तो डेंजर बंब केस है बच्चों। लास्ट क्लास ਦੇ ਵਿੱਚ ਆਪਾਂ ਇੱਕ ਪੜਿਆ ਸੀ ਹਾਰਡਿੰਗ ਬੰਬ ਕੇਸ, ਦਿੱਲੀ ਕਨਸਪੀਰੇਸੀ ਕੇਸ ਵੀ ਕਹਿ ਦਿੰਦੇ ਆ। ਇੱਕ ਆਪਾਂ ਘਟਨਾ ਪੜੀ ਸੀ 1909 ਦੇ ਵਿੱਚ, ਇਹ ਕੀ ਸੀ ਯਾਦ ਹੈ? ਮਦਨ ਲਾਲ ਢੀਂਗਰਾ। ਇਹ 2-4 ਘਟਨਾਵਾਂ ਦਾ ਪੇਪਰ 'ਚ ਇੰਨੀਆਂ ਆਉਂਦੀਆਂ ਆ, ਯਾਦ ਹੈ ਨਾ? ਮਦਨ ਲਾਲ ਢੀਂਗਰਾ ਨੇ ਗੋਲੀ ਕਿਹਦੇ ਮਾਰੀ ਸੀ? ਕਿਹਦੇ ਮਾਰੀ ਸੀ ਗੋਲੀਆਂ ਨੇ? 1909 'ਚ ਗੋਲੀ ਕਿਹਦੇ ਮਾਰੀ ਸੀ? ਕਰਜਨ ਵਿਲੀ ਦੇ, ਯਾਦ ਆ ਨਾ? ਮੈਨੂੰ ਤਾਂ ਲੱਗਦਾ ਨਹੀਂ ਯਾਦ ਹੈ, ਕੋਈ ਬੋਲ ਨਹੀਂ ਰਿਹਾ। ਉਹ ਯਾਦ ਹੈ ਵੀ ਕਰਜਨ ਵਿਲੀ ਦੇ ਗੋਲੀ ਮਾਰੀ ਸੀ ਤੇ ਕਮੈਂਟ ਧਮਾਕੇਦਾਰ ਸੀ, ਕਮੈਂਟ ਧਮਾਕੇਦਾਰ, ਉਹ ਵੀ ਯਾਦ ਰੱਖਿਆ ਕਰੋ। ਕਮੈਂਟ ਕੀ ਸੀ? ਕਮੈਂਟ ਕੀ ਸੀ? ਤੇ ਛੱਡੋ ਭਰਾ, ਬੜਾ ਵੱਡਾ ਕਮੈਂਟ ਸੀਗਾ। The only lesson required in India at present is to learn how to die and only way to do is by dying ourselves। ਇਹ ਕਮੈਂਟ ਸੀਗਾ। ਹੁਣ ਆਪਾਂ ਨਵੇਂ ਸਵਾਲ ਤੇ ਅੱਗੇ। ਨਵਾਂ ਸਵਾਲ ਕੀ ਹੈ? ਮੁਜ਼ੱਫਰਪੁਰ ਬੰਬ ਕੇਸ ਕਦੋਂ ਹੋਇਆ? ਮੁਜ਼ੱਫਰਪੁਰ ਬੰਬ ਕੇਸ ਬੱਚੋ ਹੋਇਆ 1908 ਦੇ ਵਿੱਚ। ਆ ਸਾਰੇ ਸਾਲ ਧਮਾਕੇਦਾਰ ਸਾਹਮਣੇ ਲਿਖੇ ਪਏ ਹੈ, ਸਾਰੇ ਸਾਲ ਰੱਟ ਲੋ ਰੱਟ। 5 ਚ ਕੀ ਹੋਇਆ? ਪਾਰਟੀਸ਼ਨ ਆਫ ਬੰਗਾਲ ਹੋਇਆ। 6 ਚ ਕੀ ਬਣ ਗਈ? ਮੁਸਲਿਮ ਲੀਗ ਬਣ ਗਈ। 7 ਚ ਕੀ ਹੋ ਗਿਆ? ਕਾਂਗਰਸ ਸਪਲਿਟ ਹੋ ਗਈ। 8 ਚ ਕੀ ਹੋ ਗਿਆ? ਆਪਣਾ ਬੰਬ ਕੇਸ, ਕਿਹੜਾ? ਮੁਜ਼ੱਫਰਪੁਰ ਦਾ ਬੰਬ ਕੇਸ ਹੋ ਗਿਆ। ਮੁਜ਼ੱਫਰਪੁਰ ਦਾ ਬੰਬ ਕੇਸ ਕੀ ਸੀ? ਆਪਣੇ ਬੰਗਾਲ ਦੇ 2 ਯੰਗਸਟਰ, 2 ਮਹਾਨ ਬੰਦੇ, ਕਿਹੜੇ ਹੈ? ਪ੍ਰਫੁੱਲ ਚੱਕੀ, ਸਪੈਲਿੰਗ ਆਪਾਂ ਸਾਫ਼ ਪਾ ਦਈਏ, ਖੜ ਜਾਓ, ਐਡੇ ਮਹਾਨ ਬੰਦੇ ਹੈ, ਸਪੈਲਿੰਗ ਸਾਫ਼ ਪਾ ਦਈਏ। प्रफुल्ल चक्की ते खुदीराम बोस। प्रफुल्ल चक्की ते खुदीराम बोस ने की करा बच्चों? मैजिस्ट्रेट ते बंब सिड़ता, मैजिस्ट्रेट ते बंब सिड़ता। ते उस मैजिस्ट्रेट का नाम की सीगा? गोरा सीगा, तां दा सिड़ता बंब। गोरे का नाम पता की सी? डग। गोरे का नाम की सीगा? डगलस। डग सी सिरे दा, बच गया। माड़ी किस्मत बंब सुटिया डग ते, पर बच गया डगलस। डगलस किंग्सफोर्ड इस ते बंब सुटिया सीगा, ये तो बच गया। ਜਿਹੜੀਆਂ ਨਾਲ 2 ਵੂਮਨ ਸੀਗੀਆਂ ਉਹ ਵਿਚਾਰੀਆਂ ਮਰ ਗਈਆਂ ਇੱਥੇ। ਪਰ ਜਦੋਂ ਪੁਲਿਸ ਨੇ ਘੇਰਾ ਪਾ ਲਿਆ ਬੱਚੋ, ਖੁਦੀਰਾਮ ਬੋਸ ਨੇ ਤਾਂ ਸੁਸਾਈਡ ਹੀ ਕਰ ਲਿਆ ਸੀਗਾ ਤੇ ਬਾਅਦ ਵਿੱਚ ਖੁਦੀਰਾਮ ਬੋਸ ਨੂੰ ਫੜ ਕੇ ਫਾਂਸੀ ਦੇ ਦਿੱਤੀ ਗਈ ਹੈ। he was hanged। ਇਹ ਮੁਜ਼ੱਫਰਪੁਰ ਬੰਬ ਕੇਸ 'ਚ ਇਹ ਦੋਨੇ ਬੰਦੇ ਇਨਵੋਲਵਡ ਹੈ ਤੇ ਬੰਬ ਸਿੱਟਿਆ ਕੀਤੇ ਹੈ? ਡਗਲਸ ਕਿੰਗਸਫੋਰਡ ਤੇ ਸਿੱਟਿਆ। ਕਿਤੇ ਸਿੱਟਿਆ? ਡਗਲਸ ਕਿੰਗਸਫੋਰਡ। ਵੈਰੀ ਗੁੱਡ ਸੂਹੇ ਅੱਖਰ। ਆ ਨਾਲ ਸਰਿੰਜਾਂ ਕੀ ਭੇਜੀ ਜਾਂਦੇ ਹੋ ਕਿ ਟੀਕਾ ਲਵਾ ਕੇ ਆਏ ਹੋ? ਕੁਲਦੀਪ ਸਿੰਘ, ਇਹਨਾਂ ਨੂੰ ਸਰ ਸਭ ਤੋਂ ਘੱਟ। ਵੈਰੀ ਗੁੱਡ। ਹਾਂ, ਇਹਨਾਂ ਦੀ ਉਮਰ ਸਿਰਫ ਔਰ ਸਿਰਫ 18 ਸਾਲਾਂ ਦੀ ਉਮਰ ਸੀ ਮੇਰੇ ਹਿਸਾਬ ਨਾਲ, ਬਾਕੀ ਚੈੱਕ ਕਰ ਲਿਓ। ਵੈਰੀ ਗੁੱਡ ਯਾਰ, ਵੈਰੀ ਗੁੱਡ। हाँ 1908 की घटना बच्चों है, नाल दे नाल लिखते जाओ। अज आप प्रॉपर उस तरीके के अकॉर्डिंग ही आप। हाँ लाहौर कॉन्स्पिरेसी केस, वेरी गुड सुखप्रीत कौर, वेरी गुड, वेरी गुड मनप्रीत सिंह, वेरी गुड बई। सुखचैन सिंह मूँह ते पट्टी बन्नी जाता है कि रोई जाता है, समझ नहीं आ रहा। गर्मी बहुत है जी, बस करो सर जी। आपको कदी गर्मी है? AC लग्या हुआ, चिल्ड कमरा है। तुहानू कदी गर्मी है? ओए बैठे मौज ना घरे भैया, बैड ते बैठे होणगे कि बाहर फिरदे हो किते? चलो फिर अगला पॉइंट आप शुरू करते हैं। लो बई, आपां ग्रैंड ओल्ड मैन ऑफ इंडिया तो बहुत बारी पढ़ लिया सारिਆਂ ने। ग्रैंड ओल्ड मैन ऑफ इंडिया, ग्रैंड ओल्ड मैन ऑफ इंडिया कौन सीगा? दादा भाई नारोजी, पहला पारसी, 3 बारी प्रधान बनया। ਉਹਦੀ फेमस किताब ਕਿਹੜੀ है? पावरटी एंड अन ब्रिटिश रूल इन इंडिया।
1906 ਕਾਂਗਰਸ ਦਾ ਪ੍ਰਧਾਨ ਸੀ, ਉੱਥੇ ਕਿਹੜਾ ਵਰਡ ਯੂਜ਼ ਹੋਇਆ ਸੀ ਬੱਚਿਓ? ਸਵਰਾਜ। ਇਹ ਸਾਰੇ ਪੁਆਇੰਟ ਦਾਦਾ ਭਾਈ ਨਾਰੋਜੀ ਦੇ ਯਾਦ ਰੱਖਣੇ ਆ। ਉਹਦੀ ਇੱਕ ਥਿਊਰੀ ਬਹੁਤ ਫੇਮਸ ਸੀਗੀ, ਡਰੇਨ ਆਫ ਵੈਲਥ। ਡਰੇਨ ਆਫ ਵੈਲਥ ਦਾ ਮਤਲਬ ਕੀ ਹੁੰਦਾ ਹੈ? ਵੀ ਸਾਰੇ ਹਿੰਦੁਸਤਾਨ ਨੂੰ ਨਿਚੋੜ ਕੇ ਗੋਰਾ ਪਾਰਟੀ ਆਪਦੇ ਮੁਲਕ 'ਚ ਪੈਸਾ ਲੈ ਗਈ, ਆਪਣੇ ਮੁਲਕ ਨੂੰ ਨੰਗ ਭੂਤ ਨਹੀਂ ਤੰਗ ਕਰ ਗਈ। ਇਹ ਸਾਰੇ ਪੁਆਇੰਟ ਕਿਹਦੇ ਆ? ਦਾਦਾ ਭਾਈ ਨਾਰੋਜੀ ਦੇ। ਬਟ ਇੱਥੇ ਨਵਾਂ ਪੁਆਇੰਟ ਹੈ, ਇੱਥੇ ਕੀ ਨਾ ਗ੍ਰੈਂਡ ਓਲਡ ਲੇਡੀ ਦੱਸਣੀ ਆ ਕਿਹੜੀ ਹੈ। ਹਿੰਟ ਦੇਵਾਂ? ਆਪਾਂ ਉਹਨੂੰ ਪਹਿਲਾਂ ਅੱਜ ਪੜ੍ਹ ਚੁੱਕੇ ਹਾਂ ਬੱਚਿਓ, ਆਪਾਂ ਉਹਨੂੰ ਅੱਜ ਪਹਿਲਾਂ ਪੜ੍ਹ ਚੁੱਕੇ ਹਾਂ ਸਰ। यूपीएससी ਪ੍ਰੈਪਰੇਸ਼ਨ ਚ ऑप्टिकल करा दोगे? ऑप्टिकल की है बच्चों? क्या ऑप्शनल कह रहे हो? मैंने लग दिया ऑप्शनल लिखना होगा, ऑप्टिकल पै गया जिद तक मेरा आइडिया है। यूपीएससी के रिगार्डिंग बच्चों तुम एक बार अपना फाउंडेशन कोर्स देखना सारे बच्चों ने, यूपीएससी ਜਾਂ जिन्हें तुम हाई लैवल एग्जाम की तैयारी करनी है। हाँ पहला बच्चों आप पढ़ चुके हैं अरुणा आसिफ अली। ये भी बच्चों ग्रैंड ओल्ड लेडी ऑफ इंडिपेंडेंस मूवमेंट, हीरोइन ऑफ क्विट इंडिया मूवमेंट, क्वीन ऑफ क्विट इंडिया मूवमेंट, भारत रत्न अवार्डी है। ये सारे पॉइंट आप याद रखने हैं। अरुणा आसिफ अली, सरोजनी नायडू सब नूं पता ही है, पर इत्थे एक चोटी का पॉइंट दसदा है। मैं शर्त लै कहना अगे तो मैं आम तौर पर 99% कहना हुन्ना, अज मैं 100 का 100% कह सकदा, पर की पता बिच बब्बर शेर शेर बग्गा निकलिया आवे। ਇਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ, ਇਹਨੂੰ ਪਤਾ ਕੀ ਕਹਿੰਦੇ ਆ? ਇਹਨੂੰ ਕਹਿੰਦੇ ਆ ਗਾਂਧੀ ਬੁੜੀ, ਮਤੰਗਨੀ ਹਜ਼ਾਰਾ, ਇਹਨੂੰ ਕਹਿੰਦੇ ਆ ਗਾਂਧੀ ਬੁੜੀ। ਇਹਨਾਂ ਦਾ ਨਿਕਨੇਮ ਸੀਗਾ ਇਹ, ਤੇ ਗੋਰਿਆਂ ਨੇ ਇਹਦਾ ਕਤਲ ਕੀਤਾ ਹੋਇਆ ਗੋਲੀ ਮਾਰ ਕੇ। ਇਹ ਵੂਮਨ ਇੰਨੀ ਹਿੱਟ ਸੀ, ਯਾਦ ਰੱਖਣਾ ਆਪਾਂ। ਵੀ ਜ਼ਿਆਦਾ ਆਪਾਂ ਤਾਂ ਕੀ ਰੱਖਣਾ, ਕਿਸੇ ਨੂੰ ਪਤਾ ਹੀ ਨਹੀਂ ਹੁੰਦਾ। ਇਹਨੂੰ ਅੰਗਰੇਜ਼ੀ ਵੀ ਲਿਖ ਦਿੰਦੇ ਹੁੰਦੇ ਆ, ਅੰਗਰੇਜ਼ੀ ਪਾਉਂਦੇ ਹੁੰਦੇ ਆ ओल्ड ਗਾਂਧੀ ਲੇਡੀ। बट सोनू अखबारां च मैगजीन दे विच ये किते लिखिया नहीं मिलता। सिमरनदीप सिंह, हाँ जी हाँ जी दसो सिमरनदीप सिंह दसो बई, गुस्से नहीं होईदा हुंदा। हाँ गांधी बुढ़ी कहंदे गांधी बुढ़ी, ओल्ड गांधी लेडी, ओल्ड गांधी लेडी। आ याद रखियो, आ याद रखियो। सरोजनी नायडू की है? ये फर्स्ट वूमन गवर्नर है, ये फर्स्ट इंडियन वूमन प्रेसिडेंट है कांग्रेस दी। बारे बारे देख लिया आप। संदीप वर्मा इन्नी अखां क्यों कड्ढियां नूं डराई जाने हो? तेनों पता मेरे स्क्रीन लगी हुई एडे एडे कमेंट दिंदे है। असली नालों निकनेम चलो बस ठीक है। आ बड़ा प्यारा सवाल आ बई, मदर ऑफ इंडियन रेवोल्यूशन। बस इन्हूं की कहा सीगा भी अज इन्नियां वधिया वूमन कवर करांगे, इन्नियां वधिया वूमनस कवर करांगे, ऐ लगू भी जिवें वूमन डे हुंदा है नैशनल डॉक्टर डे। सुप्रीत कौर सर गोली मारी सी फिर भी झंडा। ओ वेरी गुड, क्या बात है यार, वाकई टॉप क्लास की नॉलेज है भाई। सुप्रीत कौर ने यह पॉइंट बिल्कुल सही बोलिया है भी जदों इहदे गोली मारी ना अपने ओल्ड गांधी लेडी दे, ते इहदे मूंह चों इक्को ही आवाज निकलदी सी, बंदे मातरम बंदे मातरम, ते हत्थ सीगा तिरंगा। ते यह भी कहा जाता है भी ये आप डिग पई सी, गोली बजी भी है, नाले कोई फिल्मी सीन नहीं सी, ये आप डिग पई, पर इहने तिरंगा की है उच्चा रखिया सीगा। वेरी गुड यार, क्या नॉलेज है, वेरी गुड। चलो बई हुण आपां अगले सवाल ते जाने हैं। वेरी गुड। कहंदे फादर ऑफ इंडियन रेवोल्यूशन कौन है? फादर ओ सॉरी मदर अज अपना वूमन डे है ना, भुल गया मैं। मदर ऑफ इंडियन रेवोल्यूशन कौन है भाई? मदर ऑफ इंडियन रेवोल्यूशन कौन है? मैडम बिकाजी कामा। ਇਹਦੇ ਵਿੱਚ भी हरप्रीत कौर ये कह रही है, कमाल की गल है। मैं ऐ नहीं पूछा भी तुसीं किहदे बारे, सिद्धू मनु ने भी ये कहता है, फिर टंबे खान वाली गल। कृष्ण बैंस भी ये आखी जांदा, जमी कमयाल होई पई है। तू कित्थों सुनिया नहीं दसो? कमेंट दे कमेंट ही प्योर पंजाबी च करदे हैं, दसो नहीं तू कित्थों सुनिया कहंदी। चलो दसो बई, ते मैनू ना पढ़ा दिओ यार। मदर ऑफ इंडियन रेवोल्यूशन है मैडम कामा, पूरा नाम की है बिकाजी रुस्तम कामा। लो फिर अज झंडे की गल हुई है तो झंडे की गल फिर ठोक के कर लगे। सब नूं पता ही है 1907 दे विच पहली बार झंडा किने लहराया, जिन्हों आपां निकनेम की दिता है फ्लैग ऑफ इंडियन इंडिपेंडेंस। वो लहराया सी बिकाजी रुस्तम कामा ने, फ्लैग ऑफ इंडियन इंडिपेंडेंस। ठीक है, ओ मैं क्या ठीक है, पर याद रखियो
हाँ ਜਿਹੜਾ ਇਹਨਾਂ ਨੇ ਫਲੈਗ ਬਣਾਇਆ ਸੀ ਨਾ, ਜਿਹੜਾ ਇਹਨਾਂ ਨੇ ਫਲੈਗ ਬਣਾਇਆ ਸੀ ਉਹਦੇ ਵਿਚਾਲੇ ਕੀ ਲਿਖਿਆ ਸੀ ਬੱਚੋ, ਬੰਦੇ ਮਾਤਰਮ। ਜਿਹੜਾ ਮੈਡਮ ਬਿਕਾਜੀ ਕਾਮਾ ਨੇ ਝੰਡਾ ਲਹਿਰਾਇਆ ਸੀ, ਪਹਿਲੀ ਗੱਲ ਤਾਂ ਇਹ ਝੰਡੇ ਨੂੰ ਆਪਣੇ ਅੱਜ ਦੇ ਨੈਸ਼ਨਲ ਫਲੈਗ ਦਾ, ਆਪਣੇ ਅੱਜ ਦੇ ਨੈਸ਼ਨਲ ਫਲੈਗ ਦਾ ਇੱਕ ਮਾਡਲ ਕਹਿੰਦੇ ਆ, ਮਾਡਲ ਵੀ ਇੱਕ ਮਾਡਲ ਪੇਸ਼ ਹੋ ਗਿਆ, ਕਿਉਂਕਿ ਫਿਰ ਉਸੇ ਤਰਜ਼ ਤੇ ਅੱਗੇ ਆਪਾਂ ਉਹਦੀ ਡਿਵੈਲਪਮੈਂਟ ਕਰਦੇ ਗਏ। ਸਮਝ ਗਏ? ਵੈਰੀ ਗੁੱਡ। ਇਹ 1907 ਚ ਲਹਿਰਾਇਆ ਸੀ ਸਟੁਟਗਾਰਟ, ਕਿੱਥੇ? ਸਟੁਟਗਾਰਟ ਇਨ ਜਰਮਨੀ, ਇਨ ਜਰਮਨੀ। ਇਹ ਪੁਆਇੰਟ ਬੱਚੋ ਯਾਦ ਰੱਖਣੇ ਆ, ਵੈਰੀ ਗੁੱਡ ਪੁਆਇੰਟ ਯਾਰ, ਵੈਰੀ ਗੁੱਡ। ਠੀਕ ਹੈ, ਇਹ ਸਾਰੇ ਗੁੱਡ ਪੁਆਇੰਟ ਆਪਾਂ ਯਾਦ ਰੱਖਣੇ ਆ। ਸਰਪੰਚ ਸਾਹਿਬ ਜਮਾ ਸਹੀ ਪੁਆਇੰਟ ਹੈ। ਸਰਪੰਚ ਗਲਤ ਕਿਵੇਂ ਹੋ ਸਕਦਾ ਹੈ? ਜਿਹੜਾ ਬੱਚਾ ਆਪਣਾ ਅੱਜ ਦਾ ਨੈਸ਼ਨਲ ਫਲੈਗ ਹੈ ਉਹ ਤਾਂ ਪ੍ਰੋਪਰ ਤਰੀਕੇ ਨਾਲ ਪੜਾਇਆ ਹੋਇਆ ਆਪਾਂ, ਜਿਵੇਂ ਅੱਜ ਦੇ ਨੈਸ਼ਨਲ ਫਲੈਗ ਦੇ ਵਿਚਾਲੇ ਆਪਣਾ ਕੀ ਹੈ, ਵੀਲ ਹੈ, ਨੇਵੀ ਬਲੂ ਵੀਲ ਹੈ, ਸਾਰੇ ਆਪਾਂ ਰੰਗ ਪੜ੍ਹਦੇ ਹੁੰਦੇ ਆ, ਉਹਦੀ ਆਪਾਂ ਰੇਸ਼ੋ ਦੇਖਦੇ ਹੁੰਦੇ ਆ, ਰੰਗਾਂ ਦਾ ਮੀਨਿੰਗ ਦੇਖਦੇ ਹੁੰਦੇ ਆ, ਫਲੈਗ ਕੋਡ ਆਫ ਇੰਡੀਆ ਕਦੋਂ ਲਾਗੂ ਹੋਇਆ ਆਪਾਂ ਉਹ ਦੇਖਦੇ ਹੁੰਦੇ ਆ। ਠੀਕ ਹੈ, ਸਮਾਣਾ ਇਕਬਾਲ ਨੇ ਬੜੀਆਂ ਬਿੱਲੀਆਂ ਭੇਜੀਆਂ ਹੈ। ਚਲੋ ਵੀ ਨੈਕਸਟ ਸਵਾਲ ਦੇਖਦੇ ਆ ਫਿਰ। ਬੜਾ ਪਿਆਰਾ ਪੁਆਇੰਟ ਆ ਬਈ, ਵੈਸੇ ਆਪਣਾ ਪੁਆਇੰਟ ਕੋਈ ਮਾੜਾ ਆਪਾਂ ਲਿਆਉਂਦੇ ਨਹੀਂ, ਸਵਾਲ ਪੂਰੇ ਛਾਂਟ ਕੇ ਲਿਖਦੇ, ਪੂਰੇ ਛਾਂਟ ਕੇ। ਜਦੋਂ ਆਪਣੇ ਸਾਰੇ ਸਟੂਡੈਂਟ ਟੌਪ ਕਲਾਸ ਹੈ, ਇੰਟੈਲੀਜੈਂਟ ਸਟੂਡੈਂਟ ਹੈ, ਸਵਾਲ ਫਿਰ ਚੋਟੀ ਦੇ ਹੋਣੇ ਚਾਹੀਦੇ ਆ। ਆਪਣੇ ਹਿੰਦੁਸਤਾਨ ਦੀ ਪਹਿਲੀ ਵੂਮਨ ਆਰਗੇਨਾਈਜੇਸ਼ਨ, ਪਹਿਲੀ ਗੱਲ ਤਾਂ ਬੱਚੋ ਪੇਪਰ ਸਵਾਲ ਹੀ ਐਂ ਪੁੱਛ ਸਕਦੇ ਆ, ਉਹ ਪਹਿਲੀ ਗੱਲ ਤਾਂ ਪੇਪਰ ਸਵਾਲ ਹੀ ਐਂ ਪੁੱਛ ਸਕਦੇ ਆ ਵੀ ਹਿੰਦੁਸਤਾਨ ਦੀ ਪਹਿਲੀ ਵੂਮਨ ਜਾਂ ਹਾਂ ਹਿੰਦੁਸਤਾਨ ਦੀ ਪਹਿਲੀ ਵੂਮਨ ਆਰਗੇਨਾਈਜੇਸ਼ਨ ਕਿਹੜੀ ਹੈ, ਤਾਂ ਆਪਾਂ ਟਿਕ ਲਾਵਾਂਗੇ ਭਾਰਤ ਸਤਰੀ ਮਹਾਮੰਡਲ। ਇਹ ਹਿੰਦੁਸਤਾਨ ਦੀ ਪਹਿਲੀ ਵੂਮਨ ਆਰਗੇਨਾਈਜੇਸ਼ਨ ਹੈ। ਤੇ ਜੇ ਪੁੱਛਿਆ ਬੱਚੋ ਇਹਦਾ ਫਾਊਂਡਰ ਕੌਣ ਹੈ, ਜੇ ਪੁੱਛਿਆ ਇਹਦਾ ਫਾਊਂਡਰ ਕੌਣ ਹੈ, ਜੀਵ ਨਾਲ ਬਾਲ ਖਾ ਕੇ, ਠੀਕ ਹੈ, ਤੁਸੀਂ ਮੈਨੂੰ ਆਹ ਦੱਸੋ। ਆਂਸਰ ਬੱਚੇ ਬੀ ਕਹਿ ਰਹੇ ਆ, ਬੀ। ਸਰਪੰਚ ਸਾਹਿਬ ਹਾਂ ਠੀਕ ਹੈ। ਸਮਰਪ੍ਰੀਤ ਥੈਂਕ ਯੂ ਵੀ। ਕਮਲਜੀਤ ਸੰਜੇ ਕੌਰ ਢਿੱਲੋਂ ਬੀ ਕਹਿ ਰਹੇ ਆ। ਉਹ ਵੈਰੀ ਗੁੱਡ। ਸਰਲਾ ਦੇਵੀ ਚੌਧਰਾਣੀ ਨੇ ਫਾਊਂਡ ਕੀਤੀ ਹੈ ਬੱਚੋ ਪਹਿਲੀ ਹਿੰਦੁਸਤਾਨ ਦੀ ਵੂਮਨ ਆਰਗੇਨਾਈਜੇਸ਼ਨ, ਜਿਹਦਾ ਨਾਮ ਕੀ ਹੈ, ਭਾਰਤ ਸਤਰੀ ਮਹਾਮੰਡਲ। ਇਹ ਬੱਚੋ ਫਾਊਂਡ ਕਰੀ ਗਈ ਹੈ 1910 ਦੇ ਵਿੱਚ, 1910 ਦੇ ਵਿੱਚ ਫਾਊਂਡ ਕੀਤੀ ਗਈ ਹੈ। ਕਿੱਥੇ ਫਾਊਂਡ ਕੀਤੀ ਗਈ ਹੈ? ਇਲਾਹਾਬਾਦ ਦੇ ਵਿੱਚ, ਇਲਾਹਾਬਾਦ। ਠੀਕ ਹੈ, ਤੁਹਾਨੂੰ ਪਤਾ 1910 ਚ ਭਾਰਤ ਸਤਰੀ ਮਹਾਮੰਡਲ ਫਾਊਂਡ ਕੀਤੀ ਹੈ ਤੇ 1911 ਦੇ ਵਿੱਚ ਹਿੰਦੁਸਤਾਨ ਚ ਪਹਿਲੀ ਵਾਰ ਕੀ ਗਾਇਆ ਗਿਆ ਸੀ? ਆਦਾ ਪੁਆਇੰਟ ਜਮੇ ਹੀ ਯਾਰ ਮੈਂ ਕਹਿੰਦਾ ਬੱਚਿਆਂ ਨੂੰ ਤਾਂ ਆਉਂਦੀ ਹੋਊਗਾ, ਜਿਨ੍ਹਾਂ ਦੇ ਘਰੇ ਬੈਠੇ ਬੱਚਿਆਂ ਦੇ ਨਾਲ ਮਾਪੇ ਵੀ ਕਲਾਸ ਦੇਖ ਰਹੇ ਆ ਉਹਨਾਂ ਦੇ ਵੀ ਯਾਦ ਹੋ ਗਿਆ ਹੋਊਗਾ ਵੀ 1911 ਚ ਪਹਿਲੀ ਵਾਰ ਕੀ ਗਾਇਆ ਗਿਆ? ਜਨ ਗਣ ਮਨ। ਪਹਿਲੀ ਵਾਰ ਕੀ ਗਾਇਆ ਗਿਆ? ਜਨ ਗਣ ਮਨ। ਤੇ ਪਹਿਲੀ ਵਾਰ ਜਨ ਗਣ ਮਨ ਕਿਹਨੇ ਗਾਇਆ? ਸਰਲਾ ਦੇਵੀ ਨੇ ਗਾਇਆ। ਦੇਖ ਰੁਪਿੰਦਰ ਕੌਰ ਦੰਦ ਕੱਢ ਰਹੀ ਹੈ। ਸਰਲਾ ਦੇਵੀ ਕਿਹਨੇ ਗਾਇਆ ਪਹਿਲੀ ਵਾਰ? ਸਰਲਾ ਦੇਵੀ ਨੇ ਗਾਇਆ ਸੀ ਜਨ ਗਣ ਮਨ। ਇਹ ਪੁਆਇੰਟ ਵੀ ਯਾਦ ਰੱਖ ਲਿਓ, ਪਹਿਲੀ ਵਾਰ ਜਨ ਗਣ ਮਨ ਕਿਹਨੇ ਗਾਇਆ ਸੀ? ਸਰਲਾ ਦੇਵੀ। ਉਹ ਰਾਸ਼ਟਰੀ ਗੀਤ ਨਹੀਂ, ਉਹ ਬੰਦੇ ਮਾਤਰਮ ਹੈ। ਉਹ ਨੈਸ਼ਨਲ ਸੌਂਗ ਆਪਣਾ ਬੰਦੇ ਮਾਤਰਮ ਹੈ। ਉਹ ਬੰਕਿਮ ਚੰਦਰ ਚੈਟਰਜੀ ਹੈ ਨਾ, ਉਹ ਪਹਿਲੀ ਵਾਰ ਗਾਇਆ ਸੀ ਰਵਿੰਦਰਨਾਥ ਟੈਗੋਰ ਨੇ। ਕੰਮ ਉਲਟ ਨਹੀਂ ਹੋ ਗਿਆ? नहीं चलो लो भी पेश करन जा रहे हैं अज दी क्लास का आखिरी सवाल। यह जिहा सवाल है बहुत ही रेयरस्ट ऑफ द रेयर, शायद ही पता होवे। कहंदे पहली वूमेन जिहड़ी अरेस्ट हुई है हिंदुस्तान दी पहली मूवमेंट दे विच, पहली मूवमेंट किहड़ी है? नॉन कोऑपरेशन मूवमेंट। कदों हुई है? 1920 दे विच। की बोलते हैं? मास मूवमेंट। ਅੱਜ ਹੀ ਆਪਾਂ ਦੇਖਿਆ 1930 ਦੇ ਵਿੱਚ ਕੀ ਹੋਇਆ? ਸਿਵਲ ਡਿਸਓਬੀਡੀਐਂਸ ਮੂਵਮੈਂਟ। ਅੱਜ ਹੀ ਆਪਾਂ ਗੱਲ ਕਰੀਏ ਡਾਂਡੀ ਮਾਰਚ। 1942 ਕੁਇਟ ਇੰਡੀਆ ਮੂਵਮੈਂਟ, ਕੁਇਟ ਇੰਡੀਆ ਮੂਵਮੈਂਟ ਜਿਹਨੂੰ ਆਪਾਂ ਕੀ ਬੋਲਦੇ ਆਂ? ਅਗਸਤ ਕ੍ਰਾਂਤੀ। ਜਿਹਨੂੰ ਆਪਾਂ ਕੀ ਬੋਲਦੇ ਆਂ? ਅਗਸਤ क्रांति, ਜਿਹਨੂੰ ਆਪਾਂ ਬੋਲਦੇ ਆ ਅਗਸਤ ਕ੍ਰਾਂਤੀ। ਇਸੇ ਮੂਵਮੈਂਟ ਚ ਗਾਂਧੀ ਨੇ ਕਮੈਂਟ ਮਾਰਿਆ ਸੀ ਡੂ ਔਰ ਡਾਈ ਵਾਲਾ। ਇਹ ਆਪਣੀਆਂ ਤਿੰਨ ਯਾਦ ਰੱਖਣੀਆਂ। ਪਰ ਪਹਿਲੀ ਵੂਮਨ ਕਿਹੜੀ ਹੈ? ਜ਼ਿਆਦਾਤਰ ਬੱਚੇ ਸੀ ਕਹਿ ਰਹੇ ਹੈ,
ਮੈਨੂੰ ਪਤਾ ਹੀ ਸੀ, ਬਸ ਐਂ ਲੱਗੇ ਪਿਆ BC 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 ਕਰਨ, ਬਸ ਜਿਹੜਾ ਬਸ ਸੁਣਿਆ ਹੋਇਆ ਉਹ ਬਲੇਟੀ ਤੁਰੀ ਜਾਂਦੇ ਆ। ਪਰ ਬੀ ਤਾਂ ਸਹੀ ਆ ਓਏ, ਬਸੰਤੀ ਵੈਰੀ ਗੁੱਡ। ਅੱਧੇ ਮਤਲਬ ਬਸੰਤੀ ਚਾਚ ਹੀ ਆਖੀ ਜਾਂਦੇ ਆ, ਇਹ ਜੇ ਡਰਟੀ ਫੈਲੋ ਹੈ। ਆंसर पर सही भी यही है, बसंती देवी ये पहली वुमन बच्चों अरेस्ट की गई है। तो सानू पता कौन सी है, ये वाइफ है ऑफ हिंदुस्तान दा ग्रेटेस्ट बंदा कौन सी है, देश बंधु, जिहदा नाम की है CR दास। ये CR दास दी बच्चों वाइफ है, ये CR दास दी वाइफ है, CR दास दी वाइफ। ਤੇ ਜਿਹਨੂੰ ਆਪਾਂ ਬੱਚੋ ਕੀ ਬੋਲਦੇ ਆਂ, ਦੇਸ਼ ਬੰਧੂ, ਜਿਹੜਾ ਕੀ ਬਣਾਊਗਾ ਹਿੰਦੁਸਤਾਨ ਦੇ ਵਿੱਚ 1923 ਚ ਕੀ ਲੈ ਕੇ ਆਇਆ, ਸਵਰਾਜ ਪਾਰਟੀ। ਸਵਰਾਜ ਪਾਰਟੀ, ਇਹ ਸਵਰਾਜ ਪਾਰਟੀ ਪੜ੍ਹਾਉਂਦੀ ਕਦੋਂ ਬਣੀ ਹੈ, ਜਦੋਂ ਗਾਂਧੀ ਨੇ ਆ ਪਹਿਲੀ ਮੂਵਮੈਂਟ ਬੰਦ ਕਰਨ ਨੂੰ ਕਿਹਾ ਸੀਗਾ। ਸਾਰੇ ਲਿੰਕ ਨਹੀਂ ਬਣੀ ਜਾਂਦੇ। ਜਿਹੜੇ ਬੱਚੇ ਹਿਸਟਰੀ ਮੇਂ ਤੋਂ ਪੜ੍ਹੇ ਹੋਏ ਹੈ ਉਹਨਾਂ ਵਾਸਤੇ ਤਾਂ ਸਾਰਾ ਕੁਝ ਸਮਝ ਆ ਜਾਊਗਾ। ਜਿਹੜੇ ਬੱਚੇ ਫਸਟ ਟਾਈਮ ਪੜ੍ਹ ਰਹੇ ਹੈ वो प्रॉपर चार्ट बना लिया करो भी 20 चाह मूवमेंट है, 30 चाह, 42 चाह, ये मूवमेंट जो गांधी ने कैंसल करती, बंद करती, कहना मूवमेंट आप बंद कर दो। तो CR दास का ब्लड वध गया, कहना की गल है कि बंद कर दिए, ये किहड़ा लाइट है जां AC है जां जनरेटर या सोचे बंद कर दिए, ये खिंच गए सारे बंदे। इन्होंने कांग्रेस छड़ती, इन्होंने की बना लिया, इन्होंने मतलब क्योंकि नाल फिर अपने मोती वर्गे भी सीगे, मोती लाल नेहरू हो गया, जिवें अपना जिमें NC केलकर हो गया, अपना जिमें S श्रीनिवास हो गया, समझे मेरी गल। ये चार बंदे केड़े बच्चों अपने स्वराज पार्टी वाले है, ये चार बंदे अपने केड़े है बच्चा लोग स्वराज पार्टी वाले है। हट दे डायलॉग हाँ लो भी अज का बच्चों फिर सैशन दसो करा जी किमें लगे। क्लास नूं लाइक कर दो, शेयर कर दो, कमेंट कर दो, जिन्ना कुछ भी बच्चों करने वाला हुंदा है ਤੁਹਾਨੂੰ ਮੇਰੇ ਨਾਲ ਵੱਧ ਪਤਾ ਫੋਨ ਤੇ ਕੀ ਕੁਝ ਹੁੰਦਾ ਆਪਣਾ। ਸਮਝੇ ਮੇਰੀ ਗੱਲ। ਇਹ ਸਾਰਾ ਕੰਮ ਤੁਸੀਂ ਆਪਦਾ ਆਪੇ ਸੰਭਿਆ ਕਰੋ। ਹਾਂ CR दास ਦੀ ਬੱਚੋ ਮੌਤ ਹੋਈ ਹੈ 1925 ਚ, ਬਿਲਕੁਲ ਸਹੀ ਹੈ। ਤੇ 26 ਚ ਬੱਚੋ ਪਾਰਟੀ ਖਤਮ ਹੋ ਗਈ ਸੀ। ਆਮ ਸਾਹਮਣੇ ਸੱਚ में शो हो रहे है, सामने लाइक शो हो रहे है 461 लाइक है, 526 लाइव है, 2 डिसलाइक है। हाँ हुण बदलण लगे है, मतलब तुहानूं संग हुण मतलब हटी नहीं हड़िया ना। हाँ हाँ चलो ठीक है। अज की क्लास पर मेरे हिसाब से सानूं बच्चों समझ आ गई होगी। अरुणा आसिफ अली की आपां अज मेन गल करी है, अज आपां गांधी बुढ़ी भी देखी है, अज आपां सरोजनी नायडू, एनी बेसेंट, ये तो पहला बच्चों बहुत बार आपां कवर किए है। सारे सवाल जिन्हां बच्चों ने ज्वाइन बाद च कीता है वो सारी क्लास देखा करो, किसी भी पॉइंट चो कदों भी पेपर सवाल बन सकता है। नूरैश थैंक यू चलो दीपिंदर, रणवीर MD, कौर ढिल्लों की कह रहे हैं 5055 की है। प्रगट सिंह वेरी गुड भाई। गुरशरण 485 लाइक, 513 लाइक, वेरी गुड भाई। डिसलाइक वाल ध्यान नहीं देईदा हुंदा, डिसलाइक जिन्हें करना हुंदा वो उस स्टूडेंट हुंदा ही नहीं। सच पुछो तो स्टूडेंट नहीं है, जिहड़े बच्चा डिसलाइक कर रहे हैं ना स्टूडेंट नहीं कह सकते आपां, क्योंकि स्टूडेंट कदे भी इन्ना एफर्ट नहीं करता हुंदा भी मैं लाइक करा या डिसलाइक करा, हो ही नहीं सकता। कई बार तो क्लास अपनी स्टार्ट होई हुंदी डिसलाइक पहले ही आया पिया हुंदा। तुसीं आपदा पढ़ाई वाल सर मेरे नानी कहंदे कमाल दा भाई। एक तो कमेंट ना बहुत फास्ट आ रहे है, किसी को डाउट है, प्रॉब्लम है, खास तरीके की प्रॉब्लम है बच्चों दसो मैनू। हिस्टरी वास्ते बुक दस दो, हिस्टरी वास्ते बच्चों तुसीं पढ़ लो, स्पैक्ट्रम की बुक पढ़ लो, सही है। 1907 वाला बच्चों कांग्रेस सप्लेटा याद रखो, इनटू मॉडरेट एंड एक्सट्रीमिस्ट, इन्नी याद रख लो बस तुसीं। पंजाब पुलिस की जीके का सिलेबस चलो मैं कल प्रॉपर तरीके से शेयर कर दूंगा सिलेबस। वैसे तुसीं कमाल हाली सिलेबस सुलझे पे हो। पंजाब जीके तो पक्का ही पढ़ लो, पंजाब जीके तो पक्का ही पढ़ लो, पक्का ही। पता आ भी गल सही है, 2 बार लाइक ना करा करो। 2 बार लाइक करो तो अनलाइक हो जाता ना, नहीं 2 बार लाइक कर दो बस ऐ कुछ नहीं होंदा। हाँ लाइक दादा भाई नारू जी थर्ड टाइम कदों बने सी प्रेसिडेंट? थर्ड टाइम बने सी 1906 दे विच। पहला बने 1886 च, फिर 1800 बने 93 च, फिर 1906 च बने हैं।
सर क्लास का टाइम पहले कर लो, वो पहले कर नहीं सकते यार, क्या करे, पहले होता है इंग्लिश का, पहले आपको अंग्रेजी भी आने चाहिए ना, पहले अंग्रेजी सीखोगे फिर ही मेरे सवाल पढ़ोगे अंग्रेजी, फिर ही अपनी हाँ हिस्ट्री पढ़ोगे। 1923 पार्टी खत्म होने तो बाद केड़ी स्वराज पार्टी बनी सी, खत्म की होना सी, स्वराज पार्टी बनी है। ऑफलाइन बच्चों बैच अपना फ्लैगशिप स्टूडेंट है सिमरदीप, वेरी गुड भाई। फ्लैगशिप कोर्स बच्चा अपनी साइंस ते इकोनॉमिक्स चल रही है। पिंड अपना नाथपुरा बच्चों, ਜਿਹੜਾ ਲਾਈਕ ਹੁੰਦਾ ਉਹ ਵੀ ਚੱਲ ਜਾਂਦਾ ਹੈ। ਠੀਕ ਹੈ ਐ ਹੁੰਦਾ, ਠੀਕ ਹੈ। ऑफिशियल ਟੈਂਪੂ ਟੇਡਾ ਅੱਜ ਘੱਟ ਹੋਇਆ, ਹਾਂ ਅੱਜ ਘੱਟ ਹੋਇਆ, ਮੈਂ ਜਾਣ ਕੇ ਘੱਟ ਕੀਤਾ, ਕੱਲ ਤੁਸੀਂ ਹਟੇ ਨਹੀਂ ਬੈਠ ਤਾਂ ਕਰਨ, ਕੱਲ ਫੱਟੇ ਚੱਕੀ ਤੁਰੀ ਗਏ ਤੁਸੀਂ। ਚਲੋ ਠੀਕ ਹੈ ਫਿਰ, ਸੈਸ਼ਨ ਬੱਚੋ ਆਪਣਾ ਅੱਜ ਦਾ ਸਾਰਾ ਦੇਖ ਲਓ ਪ੍ਰੋਪਰ ਤੇ ਕਾਪੀ ਤੇ ਨੋਟ ਕਰ ਲਿਓ, ਕਦੇ ਵੀ ਕਲਾਸ ਦੇਖ ਕੇ ਛੱਡੋ ਨਾ, ਕਾਪੀ ਤੇ ਨੋਟ ਕਰੋ ਬਸ, ਜਿੰਨਾ ਚਿਰ ਕਾਪੀ ਤੇ ਨੋਟ ਨਹੀਂ ਕਰਨ ਲੱਗਦੇ ਉਹਨਾਂ ਚਿਰ ਭੁੱਲ ਜੋ ਵੀ ਦਿਮਾਗ 'ਚ ਗੱਲਾਂ ਬੈਠਣਗੀਆਂ। ਠੀਕ ਹੈ, ਚਲੋ ਫਿਰ ਆਪਾਂ ਮਿਲਦੇ ਹਾਂ ਕੱਲ ਨੂੰ, ਫਿਰ ਗੁੱਡ ਨਾਈਟ ਹੈ, ਸਵੀਟ ਡ੍ਰੀਮਸ ਹੈ, ਟੇਕ केयर है, ठीक है, बाय।